ਟੱਡਾ ਢਿੱਗ ਢੂੰਡੈ ਕਤ ਆਨਾ, ਢੂੰਡਤ ਹੀ ਢਹਿ ਗਏ ਪਰਾਨਾ। ਟੱਡਾ ਢਿੱਗ ਢੂੰਡੈ ਕਤ ਆਨਾ, ਢੂੰਡਤ ਹੀ ਢਹਿ ਗਏ ਪਰਾਨਾ। ਚੜ੍ਹ ਸੁਮੇਰ ਢੂੰਡ ਜਬ ਆਵਾ, ਜਿਹ ਗੜ੍ਹ ਗੜ੍ਹਿਓ ਸੋ ਗੜ੍ਹ ਮਹਿ ਪਾਵਾ। ਰਾਣਾ ਰਣ ਰੂਤੋ ਨਰ ਨੇਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਧਨ ਜਨਮ ਤਾਹੀ ਕੋ ਗਣੈ, ਮਾਰ ਇਕ ਤਜ ਜਾਇ ਘਣੈ। ਤਤਾ ਅਤਰ ਤਰਿਓ ਨਹ ਜਾਇ, ਤਨ ਤ੍ਰਿਭਵਨ ਮਹਿ ਰਹਿਓ ਸਮਾਈ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤਤਹਿ ਤਤ ਮਿਲਿਆ ਸਚ ਪਾਵਾ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤਤਹਿ ਤਤ ਮਿਲਿਆ ਸਚ ਪਾਵਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ 'ਤੇ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਉਪਰੰਤ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ ਸਰਲੇਖ ਹੇਠ ਜੋ ਕਬੀਰ ਸਾਹਿਬ ਨੇ ਕੱਲੇ ਕੱਲੇ ਅੱਖਰ ਤੋਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਬਾਣੀ ਦੇ 3 ਪਦੇ ਹੁਣੇ ਹੁਣੇ ਆਪ ਜੀ ਨੇ 10 ਪਾਸੋਂ ਢੱਡੇ ਅੱਖਰ ਦਾ ਉਪਦੇਸ਼, ਨਾਣੇ ਅੱਖਰ ਦਾ ਉਪਦੇਸ਼ ਅਤੇ ਤੱਤੇ ਅੱਖਰ ਤੋਂ ਜੋ ਕਬੀਰ ਸਾਹਿਬ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹ ਪਵਿੱਤਰ ਪੰਕਤੀਆਂ ਦਾ ਪਾਠ ਬੜੀ ਸ਼ਰਧਾ ਸ਼ਿੱਦਤ ਔਰ ਇਕਾਗਰਤਾ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਸੋ ਸਾਧ ਸੰਗਤ, ਆਓ ਬਚਿਆ ਹੋਇਆ ਸਮਾਂ
ਆਪਾਂ ਸਾਰੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦਾ, ਸਮਝਾਉਣ ਦਾ ਯਤਨ ਕਰੀਏ। ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਪ੍ਰਾਰੰਭ ਕਰੇ। ਆਓ ਰੋਜ਼ਾਨਾ ਦੀ ਤਰ੍ਹਾਂ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਗੁਰਮੰਤਰ ਦਾ ਉਚਾਰਨ ਕਰੀਏ। ਪਿਆਰ ਨਾਲ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪੰਜਾਬੀ ਵਰਨਮਾਲਾ ਵਿੱਚ ਡੱਡਾ ਤੇ ਢੱਡਾ ਇਹਦਾ ਜੋ ਫਰਕ ਹੈ ਉਹ ਜਹਨ ਵਿੱਚ ਰੱਖਣ ਵਾਲਾ ਹੈ। ਆਮ ਤੌਰ 'ਤੇ ਇਹਨੂੰ ਅਸੀਂ ਢੱਡਾ ਢਾਡੀ ਵਾਲਾ ਕਹਿ ਦਿੰਦੇ ਹਾਂ। ਤੋ ਢੱਡੇ ਅੱਖਰ ਤੋਂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਢੱਡਾ ਢਿੱਗ ਢੂੰਡੈ ਕਤ ਆਨਾ। ਹੁਣ ਵੇਖੋ, ਛੋਟਾ ਜਿਹਾ ਬਚਨ ਹੈ, ਪੰਕਤੀ ਸੰਖੇਪ ਹੈ। ਢਿੱਗ ਦੇ ਅੱਖਰੀ ਅਰਥ ਹੁੰਦੇ ਨੇ ਨੇੜੇ। ਇਹ ਵੱਖ-ਵੱਖ ਇਲਾਕਿਆਂ ਦੀਆਂ ਸਾਧ ਸੰਗਤ ਬੋਲੀਆਂ ਨੇ। ਤੁਸੀਂ ਪਟਿਆਲੇ ਤੋਂ ਥੋੜ੍ਹਾ ਜਿਹਾ ਪਰਾਂ ਨੂੰ, ਇੱਧਰੋਂ ਤੁਸੀਂ ਰਾਜਪੁਰੇ ਤੋਂ ਥੋੜ੍ਹਾ ਜਿਹਾ ਪਰਾਂ ਨੂੰ ਜਾਣੇ ਸ਼ੁਰੂ ਹੋ ਜਾਓ, ਉੱਧਰੋਂ ਜੀਂਦ ਇਲਾਕੇ 'ਚ ਪਹੁੰਚ ਜਾਓ ਤੇ ਕੋਈ ਕਿਸੇ ਨੂੰ ਪੁੱਛੇ ਵੀ ਫਲਾਣਾ ਬੰਦਾ ਤੇਰੇ ਕੋਲ ਹੈ, ਤਾਂ ਉਹ ਜਵਾਬ ਦੇਗਾ ਵੀ ਮੇਰੇ ਡਿੱਗ ਕੋ ਨਾ ਉਹ। ਤੋ ਟਿੱਗ ਮੀਨਜ ਕੋਲ। ਢੱਡੇ ਨੂੰ ਹੁਸ਼ਿਆਰੀ ਗੱਗਾ ਢਿੱਗ। ਹੁਣ ਜੇ ਇਹਦਾ ਪਾਠ ਕਰ ਦਈਏ ਢੱਡਾ ਢਿੱਗ ਢੂੰਡੈ ਤੇ ਗਲਤ ਹੋ ਜਾਏਗਾ। ਢੱਡਾ ਢਿੱਗ ਢੱਡੇ ਅੱਖਰ ਦਾ ਉਪਦੇਸ਼ ਹੈ, ਹੋਰ ਢੱਡੇ ਦਾ ਕੋਈ ਅਰਥ ਨਹੀਂ। ਢੱਡੇ ਨੂੰ ਜੁਦਾ ਕਰ ਦਿਓ, ਉਹਨੂੰ ਥੋੜ੍ਹੀ ਦੇਰ ਲਈ ਇੱਕ ਸਾਈਡ 'ਤੇ ਕਰ ਦਿਓ, ਇਗਨੋਰ ਕਰ ਦਿਓ। ਢਿੱਗ ਕੱਲਾ ਪੜਨਾ। ਢਿੱਗ ਮੈਨੇ ਉਹ ਤੇਰੇ ਕੋਲ ਹੈ। ਢੂੰਡੈ ਕਤ ਆਨਾ, ਆਨਾ ਮੈਨੇ ਜਗ੍ਹਾ। ਉਹ ਤੇ ਤੇਰੇ ਕੋਲ ਹੈ, ਉਹ ਤੇ ਤੇਰੇ ਅੰਦਰ ਹੈ, ਔਰ ਤੂੰ ਉਹਨੂੰ ਇੱਧਰ ਉੱਧਰ ਲੱਭਣਾ। ਇਹ ਜਿਹੜੀ ਮਨੁੱਖ ਦੀ ਫਿਤਰਤ ਹੈ, ਰੂਹੇ ਜ਼ਮੀਨ ਤੇ ਜਦੋਂ ਦਾ ਇਨਸਾਨ ਸੱਭਿਅਕ ਹੋਇਆ ਹੈ, ਵਿਕਸਿਤ ਹੋਇਆ ਹੈ, ਇਹਨੇ ਵਿਕਾਸ ਕੀਤਾ ਹੈ, ਇਹਨੂੰ ਮਜ਼ਹਬ ਦਾ ਪਤਾ ਲੱਗਾ, ਧਰਮ ਦਾ ਪਤਾ ਲੱਗਾ, ਪੈਗੰਬਰੀ ਪੁਰਖ ਆਏ, ਜੀਵਨ ਦਾ ਪ੍ਰਯੋਜਨ ਦੱਸਿਆ ਵੀ ਆਤਮਾ ਨੇ ਪ੍ਰਮਾਤਮਾ ਨੂੰ ਲੱਭ ਕੇ ਉਹਦੇ ਵਿੱਚ ਅਭੇਦ ਹੋਣਾ ਹੈ। ਤੋ ਇੱਕ ਬੜੀ ਵੱਡੀ ਮਿਸਟੇਕ ਇਹ ਹੋਈ ਉਦੋਂ ਤੋਂ ਅੱਜ ਤੱਕ ਵੀ ਪ੍ਰਭੂ ਦੀ ਪ੍ਰਾਪਤੀ ਨਾਲ ਮਨੁੱਖ ਨੇ ਭਰਮਣ ਨੂੰ ਜੋੜ ਦਿੱਤਾ। ਤੁਸੀਂ ਦੇਖੋ ਕਦੀ ਏਅਰਪੋਰਟਾਂ 'ਤੇ ਖੜੇ ਹੋ ਕੇ ਸਾਰਾ ਯੂਰਪ ਜਹਾਜ਼ ਭਰ ਭਰ ਕੇ ਇੰਡੀਆ ਵਿੱਚ ਆ ਰਿਹਾ। ਵਜ੍ਹਾ ਪਤਾ ਕੀ ਹੈ? ਕਿਉਂਕਿ ਯੂਰਪ ਦੀ ਜਿਹੜੀ ਬੈਲਟ ਹੈ, ਬਹੁਤ ਸਾਰੀਆਂ ਕੰਟਰੀਆਂ ਨੇ, ਅਰਬ ਵਿੱਚ ਵੀ, ਸਾਡੇ ਗੁਆਂਢ ਚਾਈਨਾ ਹੈ, ਥਾਈਲੈਂਡ ਹੈ, ਇਹ ਸਮੂਲਚੇ ਮੁਲਕ ਜਿਹੜੇ ਨੇ ਇਹ ਬੋਧੀ ਨੇ। ਉਹ ਤਿੰਨ ਵੱਡੀਆਂ ਕੌਮਾਂ ਸੰਸਾਰ ਦੇ ਵਿੱਚ ਨੇ, ਇਸਲਾਮ, ਕ੍ਰਿਸਚਨੈਲਿਟੀ ਤੇ ਬੌਧਿਜ਼ਮ। ਭਾਵੇਂ ਯਹੂਦੀਆਂ ਦੀ ਮਸ਼ਹੂਰੀ ਬਹੁਤ ਹੈ, ਪਰ ਉਹਨਾਂ ਦੀ ਤਾਦਾਦ ਲਗਭਗ ਸਾਡੇ ਜਿੰਨੀ ਹੋਈ ਹੈ। ਸਾਡਾ ਤੇ ਉਹਨਾਂ ਦਾ ਫਰਕ ਇੱਕੋ ਹੀ ਹੈ ਵੀ ਉਹਨਾਂ ਕੋਲ ਆਪਣਾ ਰਾਸ਼ਟਰ ਹੈ, ਆਪਣਾ ਨੇਸ਼ਨ ਹੈ। ਕਿਤੇ ਉਹਨਾਂ ਨਾਲ ਧੱਕਾ ਹੋਵੇ ਤੇ ਉਹਨਾਂ ਦੀ ਆਪਣੀ ਕੰਟਰੀ ਹੈ, ਉਹ ਆਵਾਜ਼ ਬੁਲੰਦ ਕਰਦੇ ਨੇ, ਔਰ ਲੜਨਾ ਪਵੇ ਤੇ ਲੜਦੇ ਵੀ ਨੇ। ਅਦਰਵਾਈਜ਼ ਉਹਨਾਂ ਦੀ ਤਾਦਾਦ, ਉਹਨਾਂ ਦੇ ਬਹੁਤ ਸਾਰੀਆਂ ਗੱਲਾਂ, ਜਿਸ ਤਰ੍ਹਾਂ 500 ਸਾਲ ਦੀ ਖਾਲਸੇ ਦੀ ਸਿੱਖ ਕੌਮ ਦੀ ਉਮਰ ਵਿੱਚ ਬੜੇ ਬੜੇ ਵੱਡੇ ਮੁਸੀਬਤਾਂ ਦੇ ਪਹਾੜ ਟੁੱਟੇ, ਲਗਭਗ ਇਸੇ ਤਰ੍ਹਾਂ ਉਹਨਾਂ ਵਿਚਾਰਿਆਂ ਦੇ ਨਾਲ ਹੋਇਆ। 70 80 ਹਜ਼ਾਰ ਨਾ ਯਹੂਦੀਆਂ ਨੂੰ ਚੈਂਬਰ ਵਿੱਚ ਵਾੜ ਕੇ ਤੇ ਹਿਟਲਰ ਗੈਸ ਛੱਡ ਕੇ ਤੇ ਉਹਨੂੰ ਅੱਗ ਲਾ ਦਿੰਦਾ ਸੀ, ਜਿਉਂਦਿਆਂ ਨੂੰ ਫੂਕ ਦਿੰਦਾ ਸੀ। ਤੋ ਸੰਤਾਪ ਲਗਭਗ ਉਹਨਾਂ ਨੇ ਸਾਡੇ ਵਰਗਾ ਹੰਡਾਇਆ ਹੈ, ਪਰ ਤਾਦਾਦ ਉਹਨਾਂ ਦੀ ਸਾਡੇ ਜਿੰਨੀ ਨਹੀਂ। ਤਾਦਾਦ ਤਿੰਨ ਕੌਮਾਂ ਦੀ ਜ਼ਿਆਦੀ ਹੈ। ਇਸਲਾਮ ਹੈ, ਕ੍ਰਿਸਚਨੈਲਿਟੀ ਹੈ, ਬੌਧਿਜ਼ਮ ਹੈ, ਔਰ ਫਿਰ ਉਹਨਾਂ ਦੇ ਨੇੜੇ ਤੇੜੇ ਹਿੰਦੂਇਜ਼ਮ ਆ ਜਾਂਦਾ ਹੈ। ਬੁੱਧ ਧਰਮ ਜਿਹੜਾ ਹੈ, ਤੁਸੀਂ ਉਹਦਾ ਜਨਮ ਭਾਰਤ ਵਿੱਚ ਹੋਇਆ ਹੈ। ਭਾਰਤ ਦਾ ਇੱਕ ਸਟੇਟ ਹੈ ਬਿਹਾਰ, ਔਰ ਬਿਹਾਰ ਦਾ ਇੱਕ ਜਗ੍ਹਾ ਹੈ ਗਇਆ।
गया, जिन्हों असी गया कहने आ भी चला गया कि नहीं। तो ਜਿਹੜੇ उधर विचरे ने उन्होंने पता है भी ये बिहार का वो हिस्सा है ਜਿਹੜਾ ਪਰਾਂ नेपाल ਦੇ ਨਾਲ ਲੱਗ ਜਾਂਦਾ ਹੈ। लिहाजा जिस बोर्ड ਦੇ ਥੱਲੇ महात्मा बुद्ध ਨੂੰ बोध होया सी, उस बोर्ड ਨੂੰ ਬੋਧੀ ਵੇਖਣ ਆਉਂਦੇ ਨੇ बहुत सारे अंग्रेज़ गोरे यूरोपीयन ਉਹਦੇ ਥੱਲੇ बैठ के फील करते हैं भी किदां दी फीलिंग होंदी है। तो सारे इधर आ रहे हैं और सारा पूर्व जहाज़ों में बैठ बैठ के उधर जा रहा भी हुण वीज़ा लग गया, नाले पीज़ा खांगे नाले डॉलर इकट्ठे करांगे। तो ट्रैफिक इस तरह सारी जिहड़ी है ना आदान प्रदान हो रहा है। गल कल्ले बोधियां दी नहीं, हिंदूइज़म की गल लै लो, इस्लाम की गल लै लो, वो खर्च करके मोटे मक्के तक जियारत करनी है। हिंदू सत्तां पुरियां दे दर्शन करन जांदे ने, सिख भी वख-वख थावां दे उत्ते गिनतियां कर करके जांदे ने, मैं 21 वारां, मैं 22 वारां, दूजा कहंदा मैं 51 वारां। इत्थे मैं एक छोटी जी बेनती जरूर कर दियां, गलत मैसेज ना चला जाए। हिस्टोरीकल प्लेस जिहड़े ने साडे उन्हां दे दीदार करने चंगी गल है, भागां वालियां दे हिस्से आउंदा है। पर एक होर ला लैनी, एक मुकाबलेबाजी बना लैनी, वो गुरमत नहीं है। क्योंकि प्रभु की प्राप्ति लई किसी विशेष थां दे उत्ते जाके कुछ करना, ये किते भी गुरबाणी विच वेत नहीं। जिथे जिथे साडे गुरु साहिबान दे चरण पए ने, उस स्थान दे दर्शन करने जिहड़े ने वो गुरमत अनुसार ने। यथा शक्त जिन्ना को असी अफोर्ड कर सकने कर लेने चाहिए ने। पर मनुखी फितरत है कि वो इस सेंस नाल भी शायद मैं अपनी जगह छड्ड के सज्जे खब्बे पूर्व पश्चिम उत्तर दक्षिण जाऊँगा तो मैनू प्रभु की प्राप्ति छेती हो जाएगी। हजूर कहते ने ढड्डा ढिग भाई वो तेरे कोल है, ढूंढे कत आना, किसी होर जगह ते उन्होंने लभण वास्ते क्यों जाना है, वो तो तेरे अंदर है। 15 भगत साहबान की जिहड़ी बाणी गुरु ग्रंथ साहब च दर्ज है, उन्हां विचों एक भगत साहब का नाम है भगत पीपा जी। उन्हां दा एक पवित्र शब्द है जिहड़ा साडे अज दे इस विषय की व्याख्या करता है। आप जी बचन प्रारंभ करते ने, कहते ने कायों देवल कायों देवा, कायों देवा कायों देवल, कायों जंगम जाति। कायों समझ लो ताकि सारा शब्द समझ आ जाए। कक्के नूं कन्ना पा के यैया की वरतों करके कायों शब्द पाया है। कायों के अर्थ ने काया, काया मैंने शरीर, बॉडी, पिंडा। आ जिहड़ा साडा शरीर है, ये जिहड़ी साडी काया है, जिहड़ा साडा तन है, वो भगत पीपा साहब कहंदे ने मेरे वास्ते इहो ही देवता है। क्यों देवता है? क्योंकि इस शरीर विच परमात्मा निवास करता है। इस वास्ते मेरे वास्ते वो स्थान जिन्हों अजकल असी मंदिर कहने ना साध संगत, ये मंदिर ढुकवां शब्द नहीं गा। मंदिर दे अखरी अर्थ हुंदे ने बिल्डिंग, इमारत। जिथे देवतियां दियां मूर्तियां स्थापन कीतियां गईयां होण, ओदा नां जां ते देवल है जां देवालय है। देव जमा आलय, जिथे देवतियां दा घर है, जिथे देवतियां दियां मूर्तियां स्थापन कीतियां गईयां ने। देवालय प्रॉपर ना है, मंदिर नहीं। पर मंदिर शब्द प्रचलित हो गया है। इस वास्ते भाषा के जिहड़े विग्यानी ने वो भी आहिस्ता आहिस्ता की करते हैं भी बहु गिनती लोग जिस शब्द नूं अडोप्ट कर लेंदे ने, वो भी डिक्शनरी विच उहनूं ऐड कर लेंदे ने भी चलो वो नाल दिवालिया भी लिख देणगे, नाल मंदिर भी लिख देणगे भी हुण मंदिर प्रचलित हो गया। कायों देवल, कायों देवा, कायों देवल और कायों जंगम जाति। मेरा शरीर ही मेरे वास्ते वो स्थान है जिथे देवते स्थापन किए जाते हैं। मेरा शरीर ही मेरे वास्ते देवता है, मेरा शरीर ही मेरे वास्ते जंगम है। जंगम एक संप्रदाय, एक जड़ हुंदा है, एक चेतन हुंदा है। तो जंगम ਜਿਹੜੇ शिव जी दे शंकर जी दे उपासक ने हत्थ विच टल्ली पकड़ी हुंदी है, सिर दे उत्ते एक खंभ जिहा उपर नूं लाया हुंदा है। वो खड़े नहीं हुंदे, भिक्षा लैण लई भी खड़े होण ना, एक पैर अगे एक पिछे इदां हिलदे रहणगे, क्योंकि उन्हां नूं हुक्म है भी तुसीं हर वक्त हरकत विच रहना।
ਤੁਰਦੇ ਰਹਿਣਾ। ਕਿਉਂ ਤੁਰਦੇ ਰਹਿਣਾ? ਜੇ ਮੈਂ ਉਹਦੀ ਬੈਕਗਰਾਊਂਡ ਵਿੱਚ ਜਾਵਾਂ ਤੇ ਸਾਰਾ ਸਮਾਂ ਇੱਧਰ ਲੱਗ ਜਾਏਗਾ। ਮਤਲਬ ਇਹ ਵੀ ਭਰਮਣ ਕਰਨ ਨਾਲ ਹੀ ਮਿਲਦਾ ਹੈ, ਚੈਨ ਕਰਨ ਨਾਲ ਨਹੀਂ ਮਿਲਦਾ। ਉਹ ਜਿਹੜੇ ਜੰਗਮ ਪ੍ਰਭੂ ਪ੍ਰਾਪਤੀ ਲਈ ਇੰਨੀ ਖੇਚਲ ਸਰੀਰ ਨੂੰ ਦਿੰਦੇ ਨੇ, ਮੇਰੇ ਵਾਸਤੇ ਮੇਰਾ ਸਰੀਰ ਹੀ ਜੰਗਮ ਹੈ, ਸਰੀਰ ਹੀ ਯਾਤਰੀ ਹੈ, ਜਾਤੀ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ। ਇਸ ਕਾਇਆ ਦੀ ਕਿੰਨੀ ਇੰਪਾਰਟੈਂਸ ਹੈ ਸਾਧ ਸੰਗਤ। ਠੀਕ ਹੈ, ਇਹਦੇ ਵਿੱਚ ਡਸਟ ਦੀ ਇੱਕ ਬਲੈਡਰ ਹੈ, ਇਹਦੇ ਵਿੱਚ ਯੂਰਨ ਦਾ ਵੀ ਇੱਕ ਬਲੈਡਰ ਹੈ, ਇਹਦੇ ਵਿੱਚ ਹੱਡੀਆਂ ਮਿੱਝ ਇਤਿਆਦ ਹੈ। ਇਹਦੇ 9 ਦਰਵਾਜ਼ਿਆਂ ਚੋਂ ਗੰਦਗੀ ਵੀ ਨਿਕਲਦੀ ਹੈ, ਅੱਖਾਂ ਚੋਂ ਗਿੱਡਾਂ, ਕੰਨਾਂ ਵਿੱਚ ਮੈਲ ਇਤਿਆਦ, ਇਹੀ ਹਾਲ ਬਾਕੀ ਇੰਦਰੀਆਂ ਦਾ। ਪਰ ਇਹ ਸਾਰੇ ਸਿਲਸਿਲੇ ਦੇ ਵਿੱਚ ਨਾ ਪਿਆਰਿਓ, ਪਰਮਾਤਮਾ ਦੇ ਨਾਮ ਦੀ ਵੀ ਇੱਕ ਪੋਟ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਉਹਦਾ ਵਿਸ਼ਰਾਮ ਵੀ ਅੰਦਰ ਹੈ। ਇਸ ਵਾਸਤੇ ਭਗਤ ਪੀਪਾ ਜੀ ਕਹਿੰਦੇ ਨੇ ਵੀ ਮੇਰੇ ਵਾਸਤੇ ਧੂਪ ਦੀਪ ਨਹੀਂ ਬੇਦਾ। ਆਪਾਂ ਕਿਸੇ ਇਸ਼ਟ ਦੇ ਸਾਹਮਣੇ ਧੂਪ ਦਿਖਾਉਂਦੇ ਆ ਨਾ, ਦੀਵਾ ਜਗਾਉਂਦੇ ਆ, ਔਰ ਨਹੀਂ ਵੇਦਾ ਨੈਵੇਦ ਕਰਨੇ ਆ, ਭੋਗ ਆਦਿਕ ਲਗਾਉਂਦੇ ਆ। ਮੇਰੇ ਵਾਸਤੇ ਮੇਰਾ ਸਰੀਰ ਹੀ ਧੂਪ ਹੈ, ਸਰੀਰ ਹੀ ਦੀਵਾ ਹੈ, ਔਰ ਬਾਕੀ ਸਮੱਗਰੀ ਵੀ ਸਰੀਰ ਹੀ ਹੈ। ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ। ਔਰ ਜਿਹੜੇ ਫੁੱਲ ਪੱਤੇ ਲਿਆ ਕੇ ਅੱਗੇ ਰੱਖਦੇ ਨੇ, ਉਹਦੀ ਥਾਂ ਤੇ ਵੀ ਮੈਂ ਆਪਣੇ ਸਰੀਰ ਦੀ ਵਰਤੋਂ ਕਰਨਾ ਵਾ। ਕਾਇਆ ਬਹੁ ਖੰਡ ਖੋਜ ਤੇ 9 ਨਿਧ ਪਾਈ ਨਾ ਕੱਛ ਆਈਬੋ ਨਾ ਕੱਛ ਜਾਈਬੋ ਰਾਮ ਕੀ ਦੁਹਾਈ। ਹੁਣ ਧਿਆਨ ਦਿਓ ਅਗਲੀ ਪੰਕਤੀ ਵੱਲ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਢੱਡਾ ਢਿੱਗ ਭਾਈ, ਉਹ ਤੇਰੇ ਢਿੱਗ ਹੈ, ਉਹ ਤੇਰੇ ਕੋਲ ਹੈ। ਢੂੰਡੈ ਕਤ ਆਨਾ, ਉਹਨੂੰ ਲੱਭਣ ਲਈ ਹੋਰ ਕਿਸੇ ਜਗ੍ਹਾ ਤੇ ਕਿਉਂ ਜਾਣਾ ਹੈ? ਉੱਥੇ ਕਹਿੰਦੇ ਨੇ ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਇਹ ਬੜਾ ਜ਼ਬਰਦਸਤ ਫਲਸਫਾ ਹੈ ਇਸ ਪੰਕਤੀ ਵਿੱਚ। ਇੱਕ ਤੇ ਇਹ ਵੀ ਸਾਇੰਸ ਕਹਿੰਦੀ ਹੈ ਵੀ ਜਿਤਨਾ ਵੀ ਸਪੇਸ ਹੈ, ਜਿਤਨਾ ਵੀ ਬ੍ਰਹਿਮੰਡ ਹੈ, ਇਹਦੇ ਵਿੱਚ 5 ਹੀ ਤੱਤ ਨੇ, 6ਵਾਂ ਕੋਈ ਤੱਤ ਨਹੀਂਗਾ। ਸਾਰਾ ਖਲਾਰਾ 5 ਤੱਤਾਂ ਦਾ। ਔਰ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਵੀ 5 ਤੱਤਾਂ ਦਾ। ਸਿਰਫ ਇਤਨਾ ਫਰਕ ਹੈ ਵੀ ਮਨੁੱਖ ਦੇ ਸਰੀਰ ਦੀ ਵਿੱਤ ਆਕਾਰ ਛੋਟੀ ਹੈ, ਬ੍ਰਹਿਮੰਡ ਦਾ ਆਕਾਰ ਬਹੁਤ ਵੱਡਾ ਹੈ। ਅਦਰਵਾਈਜ਼ ਬ੍ਰਹਿਮੰਡ ਜਿਹੜੇ ਮੈਟਰ ਦਾ ਬਣਿਆ ਹੈ, ਜਿਹੜੇ ਰਾ ਮਟੀਰੀਅਲ ਦਾ ਬਣਿਆ ਹੈ, ਉਸੇ ਰਾ ਮਟੀਰੀਅਲ ਦਾ ਇਹ ਬੋਡੀ ਬਣੀ ਹੈ। ਸਾਰੇ ਬ੍ਰਹਿਮੰਡ ਵਿੱਚ ਵੀ ਉਹਦਾ ਨਿਵਾਸ ਹੈ, ਲਿਹਾਜ਼ਾ ਇਹ ਵੀ 5 ਤੱਤਾਂ ਦਾ ਹੈ। ਇਹਦੇ ਵਿੱਚ ਵੀ ਉਸ ਪਰਮਾਤਮਾ ਦਾ ਨਿਵਾਸ ਹੈ। ਇਸ ਲਈ ਫਿਰ ਜਦੋਂ ਉਹਦਾ ਨਿਵਾਸ ਪਰਮਾਤਮਾ ਦਾ ਅੰਦਰ ਹੈ, ਫਿਰ ਤੂੰ ਬਾਹਰ ਕਿਉਂ ਲੱਭਣਾ ਹੈ? ਇਹਦੇ ਇੱਕ ਹੋਰ ਵੀ ਅਰਥ ਨੇ। ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਨੂੰ ਉਹਦੇ ਘਰ ਦਾ ਪਤਾ ਹੋਵੇ ਵੀ ਇਸ ਘਰ ਦੇ ਵਿੱਚ ਉਹ ਰਹਿੰਦਾ, ਹੁਣ ਵੀ ਇਸ ਘਰ ਦੇ ਅੰਦਰ ਹੀ ਹੈ ਉਹ, ਤੁਸੀਂ ਉਸ ਘਰ ਨੂੰ ਕਦੀ ਤੋੜੋਗੇ ਨਹੀਂ। ਕਿਉਂਕਿ ਜਿਹਨੂੰ ਤੁਸੀਂ ਚਾਹੁੰਦੇ ਹੋ, ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਉਹਦਾ ਘਰ ਤੁਸੀਂ ਕਿਵੇਂ ਤੋੜ ਸਕਦੇ ਹੋ? ਤੇ ਜਿਸ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਰਨਾ ਹੈ, ਜੇ ਸਾਨੂੰ ਪਤਾ ਲੱਗ ਜਾਏ ਬਈ ਆਹ ਸਾਰੇ ਸਰੀਰ ਉਹਦਾ ਘਰ ਨੇ, ਤੇ ਫਿਰ ਅਸੀਂ ਉਹ ਕਿਸੇ ਦੇ ਸਰੀਰ ਨੂੰ ਤੋੜ ਕਿੱਦਾਂ ਸਕਨੇ ਆ? ਫਿਰ ਅਸੀਂ ਕਿਸੇ ਦੇ ਹੱਥ ਦੌਣ ਨਾਲ ਪਿੱਛੇ ਬੰਨ੍ਹ ਕੇ, ਗਲ ਵਿੱਚ ਟਾਇਰ ਪਾ ਕੇ, ਉਹਨੂੰ ਅੱਗ ਲਾ ਕੇ ਕੋਲ ਭੰਗੜਾ ਕਿਵੇਂ ਪਾ ਸਕਨੇ ਆ ਵੀ ਦੇਖੋ ਸਿੱਖੜਾ ਕੈਸੇ ਨਾਚਦਾ ਹੈ? ਜਿਹਨੂੰ ਇਹ ਸਮਝ ਆ ਜਾਏ ਵੀ ਇਹਦੇ ਵਿੱਚ ਵੀ ਪਰਮਾਤਮਾ ਦਾ, ਮੇਰੇ ਰਾਮ ਦਾ, ਮੇਰੇ ਵਾਸੂਦੇਵ ਕ੍ਰਿਸ਼ਨ ਦਾ ਨਿਵਾਸ ਹੈ, ਉਹ ਫਿਰ ਕਿਸੇ ਜਿਉਂਦੇ ਬੰਦੇ ਤੇ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਨਹੀਂ ਲਾਉਂਦਾ। ਇਹ ਉੱਪਰੋਂ ਉੱਪਰੋਂ ਕਹਿੰਦਾ ਮੈਨੂੰ ਸਾਰਿਆਂ 'ਚ ਦਿਸਦਾ, ਇਹਨੂੰ ਵਾਸਤਵ 'ਚ ਕਿਸੇ 'ਚ ਪਰਮਾਤਮਾ ਨਹੀਂ ਦਿਸਦਾ। ਕਿਉਂ ਨਹੀਂ ਦਿਸਦਾ? ਕਿਉਂਕਿ ਹਜ਼ੂਰ ਕਹਿ ਰਹੇ ਨੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਇੱਥੇ ਪਿੰਡਾ ਸ਼ਬਦ ਸਰੀਰ ਲਈ ਵਰਤਿਆ। ਵੈਸੇ ਵੀ ਆਪਣੇ ਪੰਜਾਬੀ 'ਚ ਨਾ ਕੁਝ ਇਲਾਕਿਆਂ 'ਚ ਠੇਠ ਪੰਜਾਬੀ ਸਰੀਰ ਨੂੰ ਪਿੰਡਾ ਵੀ, ਮੇਰੇ ਪਿੰਡੇ ਤੇ ਧੱਫੜ ਬੜੇ ਹੋ ਗਏ ਨੇ, ਇਹ ਇਤਿਆਦ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੇ। ਜੀ ਸਾਡੇ ਪਿੰਡੇ ਵਿੱਚ ਵੀ ਉਹ ਹੈ, ਮਹਾਰਾਜ ਕਹਿੰਦੇ ਜ਼ਰੂਰ ਹੈ। ਇਹ ਸਾਨੂੰ ਤੇ ਕਦੀ ਉਹ ਪ੍ਰਾਪਤ ਨਹੀਂ ਹੋਇਆ। ਹਜ਼ੂਰ ਕਹਿੰਦੇ ਨੇ ਪ੍ਰਾਪਤ ਕਰਨ ਲਈ ਖੋਜ ਕਰਨੀ ਪੈਂਦੀ ਹੈ, ਇਹਦੇ ਅੰਦਰ ਵੀ ਉਤਰਨਾ ਪੈਂਦਾ। ਹੁਣ ਸਾਡੀ ਜਿਹੜੀ ਖੋਜ ਹੈ ਨਾ, ਉਹ ਖੋਜ ਬਹਿਰੂਨੀ ਹੈ। ਦੂਰਬੀਨਾਂ ਸਾਡੇ ਕੋਲ ਬੜੇ ਬੜੇ ਦੂਰ ਜਿਹੜੇ ਤਾਰੇ ਨੇ, ਗ੍ਰਹਿ ਨੇ, ਉਪਗ੍ਰਹਿ ਨੇ, ਉਹਨਾਂ ਨੂੰ ਤੱਕਦੀਆਂ ਨੇ।
ਥਾਂ ਥਾਂ ਤੇ ਸੈਟੇਲਾਈਟ ਸਿਸਟਮ ਲਾਂਚ ਕਰ ਦਿੱਤਾ ਹੈ ਵੀ ਅਸੀਂ ਪ੍ਰਿਥਵੀ ਤੇ ਬੈਠੇ ਦੇਖ ਸਕੀਏ ਵੀ ਮੰਗਲ ਤੇ ਕੀ ਹੋ ਰਿਹਾ ਹੈ, ਚੰਦਰਮੇ ਤੇ ਕੀ ਹੋ ਰਿਹਾ ਹੈ। ਵਧੀਆ ਗੱਲ ਹੈ। ਮਾਦਾ ਪ੍ਰਸਤ ਲੋਕ ਜਿਹੜੇ ਨੇ ਉਹਨਾਂ ਨੇ ਖੋਜਾਂ ਕੀਤੀਆਂ ਤੇ ਅਸੀਂ ਪਲੇਨਾਂ ਦੇ ਹੂੰਟੇ ਲੈ ਰਹੇ ਹਾਂ। ਮਾਦਾ ਪ੍ਰਸਤ ਲੋਕਾਂ ਦੀ ਹੋਈ ਆ ਸਾਰੀ ਖੋਜ ਹੈ। ਆ ਜਿਹੜੇ ਮਾਈਕ 'ਚ ਮੈਂ ਬੋਲ ਰਿਹਾ, ਆ ਜਿਹੜੀ ਲਾਈਟ ਦੀ ਰੋਸ਼ਨੀ ਦਾ ਅਸੀਂ ਆਨੰਦ ਲੈ ਰਹੇ ਹਾਂ, ਇਹ ਸਭ ਸਾਇੰਸ ਨੇ ਸਾਨੂੰ ਦਿੱਤਾ ਹੈ। ਚੰਗੀ ਗੱਲ ਹੈ। ਪਰ ਪ੍ਰਭੂ ਪ੍ਰਾਪਤੀ ਦਾ ਇੱਕ ਨੁਕਤਾ ਹੈ ਵੀ ਜਿਵੇਂ ਉਹ ਬਹਿਰੂਨੀ ਤੌਰ ਤੇ ਖੋਜ ਕਰਦੇ ਨੇ, ਜਿਹਨੇ ਉਹਨੂੰ ਪ੍ਰਾਪਤ ਕਰਨਾ ਸਾਰੀ ਬਹਿਰੂਨੀ ਖੋਜ ਤੇ ਫੁੱਲ ਸਟਾਪ ਲਗਾ ਕੇ ਉਹ ਅੰਤਰਮੁਖੀ ਹੋ ਜਾਏ, ਅਦਰਵਾਈਜ਼ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹਨੂੰ ਆਤਮ ਮੰਥਨ ਕਰ। ਔਰ ਆਤਮ ਮੰਥਨ ਕੀ ਕਰਨਾ ਹੈ ਵੀ ਮੈਂ ਕੌਣ ਆ, ਕਿੱਥੋਂ ਆਇਆ ਹਾਂ, ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ, ਮੈਂ ਸਵੇਰ ਤੋਂ ਸ਼ਾਮ ਤੱਕ ਕਿੰਨਿਆਂ ਦੇ ਦਿਲ ਦੁਖਾਏ ਨੇ, ਕਿੰਨਿਆਂ ਨੂੰ ਉੱਚਾ ਬੋਲਿਆ ਵਾਂ, ਕਿੰਨਾਂ ਨੂੰ ਤਿੱਖਾ ਬੋਲਿਆ ਵਾਂ, ਕਿੰਨਿਆਂ ਦੀ ਨਿੰਦਾ ਕੀਤੀ ਹੈ, ਕਿੰਨੀ ਵਾਰਾਂ ਬੇਈਮਾਨੀ ਕੀਤੀ ਹੈ, ਕਿੰਨੀ ਵਾਰੀ ਝੂਠ ਬੋਲਿਆ। ਜ਼ਿਆਦਾ ਨਹੀਂ ਤੇ ਸੌਣ ਲੱਗਿਆ 2 ਕੁ ਮਿੰਟ ਬੈੱਡ ਨਾਲ ਢੋ ਲਾ ਕੇ ਦਿਨ ਚਰਈਆ ਦੇ ਉੱਤੇ ਇੱਕ ਨਿਗਾਹ ਮਾਰ ਲੈਣੀ ਚਾਹੀਦੀ ਹੈ ਵੀ ਅੱਜ ਮੈਂ ਕੀ ਚੰਗਾ ਕੀਤਾ ਤੇ ਕੀ ਮੇਥੋਂ ਅਣਜਾਣੇ ਵਿੱਚ ਗਲਤ ਹੋਇਆ। ਔਰ ਅਗਲੇ ਦਿਨ ਉਹ ਗਲਤੀਆਂ ਜਿਹੜੀਆਂ ਨੇ ਉਹ ਘਟਣੀਆਂ ਸ਼ੁਰੂ ਹੋ ਜਾਣਗੀਆਂ, ਅਦਰਵਾਈਜ਼ ਨਹੀਂ ਹੋਣਗੀਆਂ। ਜਦੋਂ ਪਤਾ ਹੀ ਨਹੀਂ, ਤੁਸੀਂ ਦੇਖੋ ਨਾ, ਆਪਾਂ ਟੁੱਟਾ ਭੱਜਾ ਸਮਾਨ ਇੱਕ ਜਗ੍ਹਾ ਬਣਾਈ ਹੁੰਦੀ ਘਰ 'ਚ, ਉਹਦੇ 'ਚ ਰੱਖੀ ਜਾਂਦੇ ਆ, ਭੁੱਲ ਜਾਂਦੇ ਆ ਕੀ ਕੀ ਰੱਖਿਆ। ਅਚਾਨਕ ਕਿਸੇ ਦਿਨ ਉਹਦੇ ਵਿੱਚ ਲਾਈਟ ਜਗਾਈਏ ਨਾ, ਵੇਖੀਏ, ਤੇ ਬੰਦਾ ਹੈਰਾਨ ਰਹਿ ਜਾਂਦਾ ਵੀ ਬੜਾ ਸਮਾਨ ਉੱਥੇ ਤੇ ਪਿਆ। ਫਿਰ ਕਿਸੇ ਮੈਂਬਰ ਨੂੰ ਕਹਿੰਦਾ ਯਾਰ ਉਹਦੇ 'ਚ ਜਿਹੜਾ ਕੋਈ ਚੱਜ ਦਾ ਸਮਾਨ ਇਹ ਰੱਖ ਲਓ, ਦੂਜਾ ਕਬਾੜੀ ਨੂੰ ਸੱਦ ਕੇ ਵੇਚੀਏ, ਉੱਥੇ ਤੇ ਸਮਾਨ ਹੀ ਬਹੁਤ ਜ਼ਿਆਦਾ ਪਿਆ। ਅਸੀਂ ਬਹੁਤ ਸਾਰਾ ਕਬਾੜ ਜਿਹੜਾ ਉਹ ਇਕੱਠਾ ਕਰਦੇ ਰਹਿੰਦੇ ਆ, ਪਰ ਅਗਿਆਨਤਾ ਦੇ ਹਨੇਰੇ ਵਿੱਚ ਸਾਨੂੰ ਦਿਸਦਾ ਹੀ ਕੋਈ ਨਹੀਂਗਾ। ਜਿੱਦਣ ਬਲਬ ਆਨ ਕਰੀਏ ਗਿਆਨ ਦਾ, ਪਤਾ ਲੱਗਦਾ ਵੀ ਬਹੁਤ ਕੁਝ ਇਕੱਠਾ ਹੋਇਆ ਪਿਆ ਇੱਥੇ। ਤੇ ਅੰਤਰਮੁਖੀ ਹੋਇਆ ਉਹ ਬਾਤ ਬਣਦੀ ਹੈ। ਇੱਕ ਇਸਲਾਮ ਵਿੱਚ ਔਰਤ ਹੋਈ ਹੈ ਬੜੀ ਸਤਿਕਾਰਯੋਗ, ਉਹਦਾ ਨਾਂ ਸੀ ਰਾਬੀਆ ਨਾਮ ਸੀ ਉਹਦਾ। ਔਰ ਤੁਸੀਂ ਵੇਖੋ ਸਾਧ ਸੰਗਤ, ਅਨੁਮਾਨ ਲਗਾਓ ਬਈ ਉਹ ਬੀਬੀ ਦੀ ਵਿਲ ਪਾਵਰ ਕਿੰਨੀ ਸਟਰੋਂਗ ਹੋਵੇਗੀ, ਉਹਦੀ ਆਤਮਾ ਕਿਤਨੀ ਬਲਵਾਨ ਹੋਵੇਗੀ। ਜਿਹੜੀ ਕੌਮ ਔਰਤ ਨੂੰ ਪਰਦੇ ਚੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੰਦੀ, ਬਹੁਤ ਸਾਰੇ ਹਕੂਕ ਉਹਦੇ ਕੋਲੋਂ ਖੋਹ ਲੈ ਗਏ, ਉਹ ਕੌਮ ਦਰਵੇਸ਼ ਬਣ ਜਾਂਦੀ ਹੈ। ਉਹ ਕੋਈ ਸਧਾਰਨ ਔਰਤ ਥੋੜਾ ਹੋਵੇਗੀ। ਇੰਨਾ ਸ਼ਰੀਅਤ ਦੀ ਸਖਤੀ ਹੈ। ਜਿਵੇਂ ਹੀ ਤਾਲਿਬਾਨਾਂ ਨੇ ਅਫਗਾਨ ਤੇ ਕਬਜ਼ਾ ਕੀਤਾ, ਇੱਕ ਵੀਡੀਓ ਤੁਸੀਂ ਵੀ ਵੇਖੀ ਹੋਵੇਗੀ ਵੀ ਇੱਕ ਬੀਬੀ ਕਿਤੇ ਕੋਈ ਸ਼ਰੀਅਤ ਦੀ ਉਹਦੇ ਤੋਂ ਮਿਸਟੇਕ ਹੋ ਗਈ। ਔਰ ਮਿਸਟੇਕ ਕੀ ਸੀ ਵੀ ਉਹ ਕਿਸੇ ਮਾਲ ਚੋਂ ਸ਼ਾਪਿੰਗ ਕਰਕੇ ਆ ਰਹੀ ਸੀ, ਔਰ ਜਿਹੜਾ ਲਿਬਾਸ ਸੀ ਜਿਵੇਂ ਦਾ ਉਹ ਚਾਹੁੰਦੇ ਸਨ ਉਵੇਂ ਦਾ ਨਹੀਂ ਸੀ। ਔਰ ਨਾਲ ਦੀ ਨਾਲ ਹੀ ਉਹਨੂੰ ਉੱਥੇ ਬਿਠਾ ਕੇ ਆਲੇ ਦੁਆਲੇ ਇਕੱਠੇ ਹੋ ਗਏ। ਇੱਕ ਜਣਾ ਜਿਹੜਾ ਉਹਨਾਂ ਚੋਂ ਮੁਫਤੀ ਸੀ, ਉਹਨੇ ਫਤਵਾ ਪੜ੍ਹ ਦਿੱਤਾ। ਇੱਕ ਪਿੱਛੇ ਖੜਾ ਸੀ, ਉਹ ਇੱਧਰ ਨੂੰ ਵੇਖ ਰਹੀ ਸੀ, ਉਹਨੂੰ ਪਤਾ ਹੀ ਨਹੀਂ ਲੱਗਾ ਉਹਦੇ ਬ੍ਰੇਨ ਦੇ ਵਿੱਚ ਕਦੋਂ ਉਹਨੇ ਫਾਇਰ ਕਰ ਦਿੱਤਾ ਤੇ ਨਾਲ ਦੀ ਨਾਲ ਹੀ ਉਹਦੀ ਡੈਥ ਹੋ ਗਈ। ਜਿਸ ਕੌਮ ਵਿੱਚ ਇੰਨੀ ਜ਼ਬਰਦਸਤ ਸ਼ਰੀਅਤ ਹੈ, ਉਸ ਕੌਮ ਵਿੱਚ ਕੋਈ ਔਰਤ ਦਰਵੇਸ਼ ਬਣ ਜਾਏ ਔਰ ਲੋਕ ਉਹਨੂੰ ਦਰਵੇਸ਼ ਕਹਿਣ, ਉਹ ਕਿਤਨੀ ਮਹਾਨ ਹੋਵੇਗੀ। ਉਹਦੇ ਕੋਲ ਇੱਕ ਨੌਜਵਾਨ ਆਉਂਦਾ ਹੁੰਦਾ ਸੀ, ਔਰ ਉਹ ਨੌਜਵਾਨ ਅਕਸਰ ਉਹਨੂੰ ਪੁੱਛਦਾ ਸੀ ਵੀ ਰਾਬੀਆ, ਖੁਦਾ ਨੂੰ ਮਿਲਣਾ ਚਾਹੁੰਦਾ ਵਾਂ, ਮੈਨੂੰ ਤਰੀਕਤ ਦੀ ਗੱਲ ਦੱਸ, ਮੈਂ ਸ਼ਰੀਅਤ ਜਿਹੜੀ ਹੈ ਉਹ ਧਾਰਨ ਕਰ ਲਈਏ, ਹੁਣ ਦੂਜਾ ਪੜਾਅ ਤਰੀਕਤ ਦਾ ਹੈ, ਫਿਰ ਮੈਨੂੰ ਮਾਰਫਤ ਸਮਝਾਈ, ਫਿਰ ਹਕੀਕਤ ਸਮਝਾਂਗੇ, ਮੈਂ ਪ੍ਰਾਪਤ ਕਰ ਲਾਂਗਾ। 4 ਸਟੇਜਸ ਨੇ ਉਹਨਾਂ ਦੀਆਂ, ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਜਿਵੇਂ ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ ਤੇ ਸੱਚਖੰਡ। ਜਿਵੇਂ ਤਮ ਗੁਣ, ਰਜਗੁਣ ਤੇ ਸਤਗੁਣ, ਤੇ ਫਿਰ ਤੁਰੀ ਅਵਸਥਾ। ਤਾਂ ਉਹ ਸਮਝਾਉਂਦੀ ਸੀ, ਉਹਨੂੰ ਗੱਲ ਸਮਝ ਨਹੀਂ ਸੀ ਆਉਂਦੀ। ਤਾਂ ਇੱਕ ਦਿਨ ਕੀ ਹੋਇਆ ਵੀ ਉਹ ਨੌਜਵਾਨ ਉਹਨੂੰ ਮਿਲਣ ਗਿਆ ਤੇ ਉਹਦੇ ਜਾਣ ਤੋਂ ਪਹਿਲਾਂ ਔਰਤ, ਦਰਵੇਸ਼ ਔਰਤ ਰਾਬੀਆ ਗਲੀ 'ਚ ਬੈਠੀ ਸੀ, ਜ਼ਮੀਨ ਤੇ ਪੈਰਾਂ ਭਾਰ, ਹੱਥਾਂ ਨਾਲ ਕੁਛ ਢੋ ਰਹੀ ਸੀ। ਉਦੋਂ ਤੱਕ ਉਹ ਕਾਫੀ ਬਿਰਧ ਹੋ ਚੁੱਕੀ ਸੀ। ਤਾਂ ਉਹ ਨੌਜਵਾਨ ਰਾਬੀਆ ਨੂੰ ਕਹਿੰਦਾ, ਰਾਬੀਆ ਕੁਛ ਗਵਾਚ ਗਿਆ? ਕਹਿਣ ਲੱਗੀ ਹਾਂ।
सूई गवाच गई है, हुण पुत्र तेनू पता है निगाह कमजोर हो गई है, सूई बरीक हुंदी है, लभदी नहीं पई, मैं मदद करा? कहन लगी जरूर कर। उसने मदद की, बहुत मशक्कत की, लभण की कोशिश की, पर कहंदे ने सूई नहीं लभी। ते काफ़ी खोज करन तो बाद वो कहंदा राबिया तेनू पक्का पता भी सूई इत्थे डिग्गी सी? वो कहंदी है नहीं, सूई इत्थे नहीं सी डिग्गी। फिर कित्थे डिग्गी सी? कहण लगी पुत्र सूई ते अंदर डिग्गी सी, उत्थे नेरा सी ना, ते इत्थे चानण सी, ते मैं सोचा भी चलो चानण चो लभ लैनी आ। वो कहन लगा भी जदों सूई अंदर डिग्गी है ते सूई बाहर किवें लभेगी भावें चानण है? असल में ओहदी सूई तो कोई डिग्गी ही नहीं सी। वो तो समझा रही सी बई जिथे वो है उत्थे कोई लभदा नहीं, ते जिथे लभदा है उत्थे वो है नहीं। अंदर सूई डिग्गी है, अंदर हनेरा है, रब अंदर बैठा है, अज्ञानता का हनेरा है, वो दिसदा नहीं, लिहाजा मनुख बाहरले पासे भज तुरदा। 21 वार हो आया जी, 52 वारी हो आया जी। लोग मक्के की जियारत नूं गिणदे ने मुसलमान, मैं अपने कन्ना नाल सुनिया, भाईजान इतनी बार हम जियारत कर आए हैं मक्के की। सिख कहंदा मैं हजूर साहब 18 वारी हो आया। हिंदू वीरां दी अपनी लैंगुएज है, और सारियां कौमां भरमण दे चक्कर च पईयां होईयां ने। कबीर हज काबे हों जाए था, एक बारी मैं भी काबे दा हज करन चला गया। कबीर साहब कहंदे ने दोवें बाहां इस तरह खिलार के प्रतख रूप च परमात्मा अगे खड़ा हो गया। राज कबीर कित्थे मुंह चुकिया, किधर चलना है? कह लगे जी काबे दा हज करन, मक्के दा हज करन। कबीर हज काबे हों जाए था, अर्थ करन दी ते लोड़ नहीं, स्पष्ट ही है। आगे मिलिया खुदाए साई मुझसो लर परया, तुझे किन फरमाई गाए। कबीर मैनू तेरे तो उम्मीद नहीं सी, अज्ञानी लोग ते ये खेचल करन, पर तेरे तो मैनू बिल्कुल ये उम्मीद नहीं सी। मैं समझदा सा भी तेनू ते ज्ञान हो गया। तेनू किने कहा भी जमीन गांदा फिर? फरीदा जंगल जंगल क्या भवें वण कंडा मोड़े, जुत्ती दे नाल फिर वो मुड़दे ना, कंडे थले टुटदे ने। वसी रब ही आली है, वसी मींज वसदा है, रब स्पष्ट है, ही आली है, ही है रूपी, ही का हिरदा, आलिया घर हिरदे रूपी घर दे विच। जंगल क्या ढूंढे, टड्डा ढिग ढूंढे का आना, वो तेरे कोल है, तू बाहर क्यों लभना? इसलिए पीपा साहब जी कहते ने जो ब्रह्मंड है सोई पिंड है। एक बारी तुसी भी बेनती मनो ते आखो जो ब्रह्मंड है सोई पिंड है, जो ब्रह्मंड है सोई पिंड है, जो ब्रह्म। हजूर साहब दे दर्शन भी कर आवीए, हेमकुंड साहब दे भी कर आवीए, पटना साहब दे भी करने चाहिए ने, पर होड़ विच ना पईए तां इस शब्द की विचार का लाभ है। गिनतियां मिनतियां दे चक्कर च ना पईए, मुकाबला ना बना लईए भी तू 3 वारी गया तो मैं 1 वारी होर जाना, तेरे नालों ज़्यादा वारी जाना है, ये नहीं। क्यों? क्योंकि जिहदे वास्ते उत्थे जाना है वो तो इत्थे ही है। जो ब्रह्मंड है सोई पिंड है, जो ब्रह्मंड है सोई पिंड है। जो ब्रह्मंड है सोई पिंड है, जो ब्रह्मंड है सोई पिंड है, जो ब्रह्म। जो खोजै सो पावै, जो खोजै सो पावै, जी जो खोजै सो पावै,
जो खोजै सो पावै। ਨਾਲ ਫਿਰ ਸਾਧ ਸੰਗਤ ਇੱਕ ਹੋਰ ਤਰਸ ਕੀਤਾ ਸਾਡੇ ਤੇ, ਕਹਿਣ ਲੱਗੇ ਜੇ ਆਪਣੇ ਸਰੀਰ ਵਿੱਚੋਂ ਰੱਬ ਨੂੰ ਲੱਭਣਾ ਹੋਵੇ ਨਾ, ਉਹਦੇ ਵਾਸਤੇ ਗੁਰੂ ਨੂੰ ਮਦਦਗਾਰ ਬਣਾ ਲਈ। ਪੀਪਾ ਪ੍ਰਣਵੈ, ਭਗਤ ਪੀਪਾ ਜੀ ਬੋਲਦੇ ਨੇ, ਆਖਦੇ ਨੇ ਪੀਪਾ ਪ੍ਰਣਵੈ ਮੀਨਸ ਵੀ ਪੀਪਾ ਇਹ ਗੱਲ ਆਖਦਾ ਹੈ, ਪਰਮ ਤੱਤ ਹੈ। ਇਹ ਜਿਹੜਾ ਗੱਲ ਮੈਂ ਕਹੀ ਹੈ ਸ਼ਬਦ 'ਚ, ਇਹ ਕਹਿਣ ਲੱਗੇ ਪਰਮ ਇੱਕ ਤੇ ਹੁੰਦਾ ਤੱਤ, ਇੱਕ ਹੁੰਦਾ ਪਰਮ ਤੱਤ। ਤੱਤ ਦਾ ਵੀ ਹੋਰ ਤੱਤ। ਇਹ ਮੈਂ ਸਾਰੇ ਤੱਤ ਦੀ ਗੱਲ ਤੁਹਾਨੂੰ ਦੱਸੀ ਏ ਕਿ ਸਤਿਗੁਰ ਹੋਏ ਲਖਾਵੇ। ਸਤਿਗੁਰੂ ਵਾਲਾ ਹੋ ਕੇ ਤੂੰ ਉਹਨੂੰ ਲਿਖਾਵੇਂਗਾ, ਤੂੰ ਉਹਨੂੰ ਵੇਖੇਂਗਾ, ਤੈਨੂੰ ਉਹ ਦਿਸੇਗਾ। ਫਿਰ ਤੂੰ ਕਹੇਂਗਾ ਦੋਏ ਦੋਏ ਲੋਚਨ ਪੇਖਾਂ, ਹਉ ਹਾਰ ਬਿਨ ਔਰ ਨਾ ਦੇਖਾਂ। ਮੈਨੂੰ ਇਹਦੇ ਵਿੱਚ ਵੀ ਉਹ ਦਿਸਦਾ, ਇਹਦੇ ਵਿੱਚ ਵੀ, ਉਹਦੇ ਵਿੱਚ ਵੀ, ਉਹਦੇ ਵਿੱਚ ਵੀ ਉਹ ਦਿਸਦਾ। ਦੋਏ ਦੋਏ ਲੋਚਨ, ਦੂਆਂ ਦੂਆਂ ਅੱਖਾਂ ਨਾਲ ਮੈਂ ਹੁਣ ਉਹਨੂੰ ਤੱਕਣਾ ਵਾ। ਤੁਹਾਨੂੰ ਤੇ ਕੋਈ ਦੁਸ਼ਮਣ ਦਿਸਦਾ ਹੋਵੇਗਾ, ਗੈਰ ਦਿਸਦਾ ਹੋਵੇਗਾ, ਮੈਂ ਕਹਿੰਦਾ ਹਉ ਹਰ ਬਿਨ ਔਰ ਨਾ ਦੇਖਾਂ। ਮੈਨੂੰ ਹਰੀ ਤੋਂ ਬਿਨਾ ਹੋਰ ਕੋਈ ਦਿਸਦਾ ਹੀ ਨਹੀਂਗਾ। ਮੈਂ ਤੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਨੈਣ ਰਹੇ ਰੰਗ ਲਾਈ। ਹੁਣ ਅੱਖਾਂ ਰੰਗ ਦੇ ਇੱਥੇ ਅਰਥ ਕਲਰ ਨਹੀਂਗੇ। ਜਿਹੜਾ ਮੈਨੂੰ ਦੂਆਂ ਦੂਆਂ ਅੱਖਾਂ ਨਾਲ ਦਿਸਦਾ ਨਾ ਪ੍ਰਮਾਤਮਾ, ਹੁਣ ਉਹਦੇ ਉਸ ਸਰੂਪ ਨਾਲ ਮੇਰੀਆਂ ਅੱਖਾਂ ਪਿਆਰ ਪਾ ਬੈਠੀਆਂ ਨੇ। ਨੈਣ ਅੱਖਾਂ ਰਹੇ ਰੰਗ ਪਿਆਰ ਲਾਈ, ਉਹਦੇ ਸਰਗੁਣ ਸਰੂਪ ਨਾਲ ਇਹਦਾ ਪਿਆਰ ਪੈ ਗਿਆ। ਹੁਣ ਇਹ ਨਫ਼ਰਤ ਨਹੀਂ ਕਰਦੀਆਂ। ਹੁਣ ਇਹ ਕਹਿੰਦੀਆਂ ਨੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਹੁਣ ਨਾ ਕੋ ਬੈਰੀ ਨਹੀਂ ਬੇਗਾਨਾ, ਔਰ ਸਗਲ ਸੰਗ ਹਮਕੋ ਬਣ ਆਈ। ਇਸ ਵਾਸਤੇ ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਏ। ਹੁਣ ਦੂਜੀ ਗੱਲ ਮੈਨੂੰ ਆਉਂਦੀ ਹੀ ਨਹੀਂਗੀ ਇਸ ਗੱਲ ਤੋਂ ਸਿਵਾਏ ਕਿ ਸਾਰਿਆਂ ਵਿੱਚ ਪਰਮਾਤਮਾ ਦਾ ਵਾਸ ਹੈ। ਹੁਣ ਇਸ ਗੱਲ ਨੂੰ ਮੈਂ ਕੰਡੈਮ ਨਹੀਂ ਕਰ ਸਕਦਾ, ਦੂਜੀ ਗੱਲ ਨਹੀਂ ਕਰ ਸਕਦਾ। ਇਹ ਗੱਲ ਪੱਕੀ ਹੈ ਵੀ ਸਾਰਿਆਂ ਵਿੱਚ ਹੀ ਉਹਦਾ ਨਿਵਾਸ ਹੈ। ਹਮਰਾ ਭਰਮ ਗਿਆ, ਕਿਉਂਕਿ ਪਹਿਲਾਂ ਮੈਂ ਭੁਲੇਖੇ ਦਾ ਸ਼ਿਕਾਰ ਸਾਂ, ਕਬੀਰ ਸਾਹਿਬ ਕਹਿੰਦੇ ਨੇ। ਹੁਣ ਮੇਰਾ ਭੁਲੇਖਾ, ਮੇਰੀ ਮਿਸ ਅੰਡਰਸਟੈਂਡਿੰਗ, ਮੇਰਾ ਭਰਮ ਦੂਰ ਹੋ ਗਿਆ, ਭਰਮ ਗਿਆ। ਔਰ ਜਿਵੇਂ ਹੀ ਸਾਧ ਸੰਗਤ ਭਰਮ ਜਾਂਦਾ ਨਾ, ਨਾਲ ਹੀ ਭਉ ਵੀ ਚਲਾ ਜਾਂਦਾ ਹੈ। ਭਉ ਡਰ ਕਾਹਦਾ ਹੈ? ਭੁਲੇਖੇ ਕਰਕੇ ਹੀ ਡਰ ਹੁੰਦਾ ਹੈ। ਹਮਰਾ ਭਰਮ ਗਿਆ ਪਲਸ ਭਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਤਮਾਸ਼ਾ ਕਰਨ ਵਾਲੇ ਮਦਾਰੀ ਆਉਂਦੇ ਹੁੰਦੇ ਸਨ ਨਾ, ਮੈਲੇ ਕੁਚੈਲੇ ਜੇ ਕੱਪੜਿਆਂ 'ਚ ਉਹਨਾਂ ਨੇ ਆਪਣਾ ਸਮਾਨ ਰੱਖਿਆ ਹੋਣਾ। ਇੱਕ ਖੁੱਲੀ ਜੀ ਜਗ੍ਹਾ ਵੇਖ ਕੇ ਬਾਜ਼ਾਰ ਵਿੱਚ ਉਹਨਾਂ ਨੇ ਡਮਰੂ ਕੱਢਣਾ, ਉਹ ਖੜਕਾਣਾ। ਛੋਟੇ ਛੋਟੇ ਬੱਚਿਆਂ ਨੇ ਮਨੋਰੰਜਨ ਕਰਨ ਲਈ ਦੁਆਲੇ ਇਕੱਠੇ ਹੋ ਜਾਣਾ। ਉਹਨੇ 10 ਮਿੰਟ 20 ਮਿੰਟ ਅੱਧਾ ਘੰਟਾ ਤਮਾਸ਼ਾ ਵਿਖਾਣਾ, ਔਰ ਫਿਰ ਸਾਰਾ ਸਮਾਨ ਸਮੇਟ ਕੇ ਉਹਨੂੰ ਮਗਰ ਪਿੱਛੇ ਪਾ ਕੇ ਉੱਥੋਂ ਟੁਰ ਜਾਣਾ। ਲੋਕਾਂ ਦੀ ਭੀੜ ਖਿੱਲਰ ਜਾਣੀ। ਇਸੇ ਤਰ੍ਹਾਂ ਨਿਰੰਕਾਰ ਦਾ ਇੱਕ ਇਹ ਤਮਾਸ਼ਾ ਹੈ। ਜਦੋਂ ਡਮਰੂ ਵਜਾਉਂਦਾ ਹੈ, ਸਾਰੀ ਖਲਕ ਤਮਾਸ਼ਾ ਵੇਖਣ ਆ ਜਾਂਦੀ ਹੈ। ਫਿਰ ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਕਦੀ ਕਦੀ ਇਸ ਤਰ੍ਹਾਂ ਹੁੰਦਾ ਬ੍ਰਹਿਮੰਡ ਵਿੱਚ ਕੋਈ ਆਤਮਾ ਨਹੀਂ, ਕੋਈ ਜੀਵ ਨਹੀਂ, ਸਭ ਨੇ ਇਸ ਤੋਂ ਨਾਬੂਦ ਕਰ ਦਿੰਦਾ। ਉਦੋਂ ਫਿਰ ਉਹ ਇਕੱਲਾ ਹੀ ਹੁੰਦਾ ਹੈ, ਬੈਠਾ ਵੇਖੈ ਵੱਖ ਅਕੇਲਾ। ਆਪਣੇ ਵਿੱਚੋਂ ਹੀ ਫਿਰ ਪੈਦਾ ਕਰਦਾ, ਆਪਣੇ ਵਿੱਚ ਹੀ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮਹਿ ਮਿਲਤ ਦੇ ਧਰ ਸਭ ਹੂੰ। ਫਿਰ ਆਪਣੇ ਵਿੱਚ ਹੀ ਸਾਰਿਆਂ ਨੂੰ ਜਜ਼ਬ ਕਰ ਲੈਂਦਾ। ਸੋ ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਹੁਣ ਅਗਲੀ ਗੱਲ ਬੜੇ ਕਮਾਲ ਦੀ, ਕਥਨੀ ਕਹਿ ਭਰਮ ਨਾ ਜਾਈ। ਗੱਲਾਂ ਕਰਨ ਵਾਲੇ ਅਵਸਥਾ ਨਹੀਂ ਬਣਦੀ। ਵਧੀਆ ਵਧੀਆ ਗੱਲਾਂ, ਉਹਨਾਂ ਨੂੰ ਚੰਗੀ ਤਰ੍ਹਾਂ ਪਾਲਿਸ਼ ਕਰਕੇ, ਵਧੀਆ ਵਧੀਆ ਸ਼ਬਦਾਂ ਦੀ ਚੋਣ ਕਰਕੇ ਨਹੀਂ। ਕਥਨੀ ਕਹਿ ਭਰਮ ਨਾ ਜਾਈ। ਆ ਜਿਹੜਾ ਭਰਮ ਦੂਰ ਹੋਇਆ, ਜਿਹਦੇ ਕਰਕੇ ਸਾਰਾ ਸਮਾਜ ਬਣਿਆ, ਉਹ ਕੱਲੀਆਂ ਗੱਲਾਂ ਨਾਲ ਨਹੀਂ, ਇੰਪਲੀਮੈਂਟ ਕਰਨਾ ਪੈਂਦਾ। ਸਭ ਕਥ ਕਥ ਰਹੀ ਲੁਕਾਈ,
सारी लुकाई कत कत के रह गई है, थक गई है, खप गई है। ਜਾਂ ਕੋ ਗੁਰਮੁਖ ਆਪ ਬੁਝਾਈ ਤਾਂ ਕਿ ਹਿਰਦੇ ਰਿਹਾ ਸਮਾਈ। ਜਿਹਨੂੰ ਗੁਰੂ ਦੇ ਸਨਮੁਖ ਕਰਕੇ ਆਪ ਸਮਝਾਉਂਦਾ ਹੈ ਉਹਨੂੰ ਇਹ ਗੱਲ ਸਮਝ ਵਿੱਚ ਆਉਂਦੀ। ਕੀ ਸਮਝ ਆਉਂਦਾ ਹੈ? ਢੱਡਾ ਢਿੱਗ ਉਹ ਵਾਹਿਗੁਰੂ ਤੇਰੇ ਕੋਲ ਹੈ, ਢੂੰਡਾ ਹੈ ਕਤ ਆਨਾ, ਹੋਰ ਜਗ੍ਹਾ ਤੇ ਕਿਉਂ ਲੱਭਣਾ ਹੈ? ਢੂੰਡਤ ਹੀ ਢਹਿ ਗਏ ਪ੍ਰਾਨਾ। ਉਹਨੂੰ ਲੱਭਦਿਆਂ ਲੱਭਦਿਆਂ ਤੂੰ ਖੱਪ ਗਿਆ। ਜਿਹੜੀ ਮੁਸਾਫਰੀ ਹੈ ਨਾ, ਭਾਵੇਂ ਕਸ਼ਮੀਰ ਦੀਆਂ ਵਾਦੀਆਂ 'ਚ ਜਾਣਾ ਹੋਵੇ, ਭਾਵੇਂ ਡਲਹੌਜੀ ਜਾਣਾ ਹੋਵੇ, ਸ਼ਿਮਲੇ ਜਾਣਾ ਹੋਵੇ, ਭਾਵੇਂ ਕਿਸੇ ਧਾਰਮਿਕ ਸਥਾਨ ਤੇ ਜਾਣਾ ਹੋਵੇ, ਪਿਆਰੇ ਉਹ ਖੇਚਲ ਤੇ ਹੁੰਦੀ ਹੈ ਨਾ। ਪੰਜਾਬੀ ਦਾ ਅਖਾਣ ਹੈ, ਅੱਧੀ ਮੌਤ ਮੁਸਾਫਰੀ। ਮੁਸਾਫਰੀ ਵਿੱਚ ਤਕਲੀਫ ਹੁੰਦੀ ਹੈ, ਖੇਚਲ ਹੁੰਦੀ ਹੈ। ਇਸ ਲਈ ਕਹਿੰਦੇ ਢੂੰਡਤ ਹੀ ਢਹਿ ਗਏ ਪ੍ਰਾਣਾ। ਤੇਰੇ ਪ੍ਰਾਣ ਥੱਕ ਜਾਂਦੇ ਨੇ, ਤੇਰੇ ਪ੍ਰਾਣ ਢਹਿਣੇ ਸ਼ੁਰੂ ਹੋ ਜਾਂਦੇ ਨੇ ਖੇਚਲ ਕਰ ਕਰਕੇ। ਔਰ ਫਿਰ ਤੂੰ ਖੇਚਲ ਕਰਦਾ ਕਰਦਾ ਸਮੇਰ ਪਰਬਤ ਤੱਕ ਪਹੁੰਚ ਜਾਣਾ ਹੈ, ਹਿਮਾਲਿਆ ਪਰਬਤ ਦੇ ਉੱਤੇ ਚੜ ਜਾਣਾ ਹੈ, ਉਹਦੀਆਂ ਕੰਦਰਾਂ 'ਚ ਵੜ ਜਾਣਾ ਹੈ, ਨਿਰਜਰ ਜੰਗਲਾਂ ਵਿੱਚ ਪਹੁੰਚ ਜਾਣਾ ਹੈ। ਔਰ ਚੜ ਸਮੇਰ ਢੂੰਡ ਜਬ ਆਵਾ, ਜਦੋਂ ਸਾਰੇ ਵੱਡੇ ਵੱਡੇ ਪਰਬਤਾਂ ਦੇ ਉੱਤੇ ਚੜ ਕੇ ਉਹਨੂੰ ਲੱਭ ਕੇ ਹਾਰ ਥੱਕ ਕੇ ਵਾਪਸ ਆਇਆ, ਜੇ ਗੜ ਗੜਿਓ ਸੋ ਗੜ ਮੈਂ ਪਾਵਾ। ਇਹ ਜਿਹੜਾ ਗੜ ਗੜਿਓ, ਇਹ ਜਿਹੜਾ ਸਰੀਰ ਰੂਪੀ ਕਿਲਾ ਉਹਨੇ ਆਪ ਬਣਾਇਆ ਹੈ। ਬਾਅਦ ਵਿੱਚ ਪਤਾ ਲੱਗਾ ਮੈਂ ਐਵੇਂ ਸਮੇਰ ਪਰਬਤ ਤੇ ਚੜਿਆ ਫਿਰਦਾ ਸਾਂ, ਉਹਨ ਜਿਹੜਾ ਸਰੀਰ ਰੂਪੀ ਕਿਲਾ ਬਣਾਇਆ ਹੈ ਉਹ ਤੇ ਇਹਦੇ ਅੰਦਰ ਹੀ ਬੈਠਾ ਹੋਇਆ ਹੈ। ਪਰ ਉਦੋਂ ਪਹਿਲਾਂ ਖਾਮਖਾ ਇੰਨੀ ਮੁਸ਼ੱਕਤ ਕੀਤੀ। ਸਾਡੇ ਗੁਰੂ ਦਾ ਸਾਡੇ ਤੇ ਤਰਸ ਏ। ਉਹ ਕਹਿੰਦੇ ਵੀ ਜੋਗੀ ਤੇ ਉੱਥੋਂ ਸਾਰੇ ਭਟਕ ਕੇ ਫਿਰ ਉਹਨੂੰ ਪਤਾ ਲੱਗਾ ਤੇ ਕਹਿਣ ਲੱਗਾ ਐਵੇਂ ਭੁੱਲ ਕੀਤੀ ਏ, ਮੈਂ ਤੈਨੂੰ ਪਹਿਲਾਂ ਹੀ ਦੱਸਣਾ, ਤੂੰ ਇਹ ਗਲਤੀ ਕਰੀਓ ਹੀ ਨਾ। ਪਰ ਪਤਾ ਵਿਡੰਬਣਾ ਕੀ ਹੈ? ਹਰ ਪਿਤਾ ਚਾਹੁੰਦਾ ਹੈ ਕਿ ਮੇਰਾ ਜਿਹੜਾ ਤਜਰਬਾ ਹੈ ਉਹਦਾ ਮੇਰੇ ਪੁੱਤਰ ਨੂੰ ਫਾਇਦਾ ਹੋਵੇ। ਪਰ ਬਹੁਤ ਘੱਟ ਹਜ਼ਾਰਾਂ ਚੋਂ ਕੋਈ ਇੱਕ ਬੱਚਾ ਛੱਡ ਕੇ ਬਾਕੀ ਸਭ ਬੱਚੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਜਨਰੇਸ਼ਨ ਗਾਇਬ ਹੈ, ਤੈਨੂੰ ਕਾਹਦਾ ਪਤਾ ਹੈ, ਤੈਨੂੰ ਨਹੀਂ ਕੋਈ ਪਤਾ। ਡੈਡੀ ਤੁਹਾਡਾ ਸਮਾਂ ਲੱਦ ਗਿਆ। ਉਹ ਫਿਰ ਆਪਣੇ ਤਜਰਬੇ ਤੋਂ ਸਿੱਖਦਾ ਹੈ। ਫਿਰ ਉਹ ਗਲੀਆਂ ਦੇ ਵਿੱਚੋਂ ਦੀ, ਕੂਚਿਆਂ ਦੇ ਵਿੱਚੋਂ ਦੀ ਹੋ ਕੇ ਔਰ ਫਿਰ ਕਾਫੀ ਸਾਰੀ ਉਮਰ ਖਰਚ ਕਰਕੇ ਬਾਈਪਾਸ ਪਹੁੰਚਦਾ ਹੈ। ਔਰ ਜਿਹੜੇ ਮੰਨ ਲੈਂਦੇ ਨੇ ਬਾਪੂ ਉਹਨਾਂ ਨੂੰ ਬਾਈਪਾਸ ਤੇ ਜਾ ਕੇ ਖੜਾ ਕਰ ਦਿੰਦਾ ਵੀ ਇੱਥੋਂ ਯਾਤਰਾ ਅਗਲੀ ਸ਼ੁਰੂ ਕਰ ਲੈ। ਭਾਗਾਂ ਵਾਲੇ ਬੱਚੇ ਜਿਹੜੇ ਮੰਨ ਲੈਂਦੇ ਨੇ ਉਹ ਸੰਸਾਰੀ ਪੱਖੋਂ ਵੀ ਤਰੱਕੀ ਕਰ ਲੈਂਦੇ ਨੇ। ਨਿਰੰਕਾਰੀ ਪੱਖੋਂ ਸਾਡੇ ਪਿਤਾ ਗੁਰਦੇਵ ਨੇ ਸਾਨੂੰ ਬਾਈਪਾਸ ਖੜਾ ਕੀਤਾ। ਭਾਈ ਜਿਹੜੇ ਸਮੇਰ ਤੋਂ ਭਟਕ ਕੇ ਆਏ ਨੇ ਉਹਨਾਂ ਨੂੰ ਵੀ ਬਾਅਦ ਸਰੀਰ ਚੋਂ ਹੀ ਮਿਲਿਆ, ਇਸ ਲਈ ਤੂੰ ਇੱਧਰ ਉੱਧਰ ਨਾ ਭਟਕ, ਆਪਣੇ ਆਪੇ ਦੀ ਖੋਜ ਹੀ ਕਰ, ਕਿਉਂਕਿ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਹੁਣ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਾਧ ਸੰਗਤ, ਤੇ ਸਾਨੂੰ ਅਗਲੇ ਸ਼ਬਦ ਤੋਂ, ਅਗਲੇ ਨਾਣੇ ਤੋਂ ਉਪਦੇਸ਼ ਬਖਸ਼ਦੇ ਨੇ। ਨਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੈ ਨਾ ਫੁਣ ਸੰਚਰੈ। ਨਾਣੇ ਅੱਖਰ ਤੋਂ ਉਪਦੇਸ਼ ਹੈ। ਰਣ, ਰਣ ਕਹਿੰਦੇ ਨੇ ਜੰਗ ਨੂੰ, ਸੰਗਰਾਮ ਨੂੰ। ਰਣ ਰੂਤੋ ਜੰਗ ਵਿੱਚ ਰੁੱਝਿਆ ਹੋਇਆ ਬੰਦਾ। ਕੋਈ ਬੰਦਾ ਜੰਗ ਵਿੱਚ ਰੁੱਝਿਆ ਹੋਵੇ, ਆਲਿਓਂ ਦੁਆਲਿਓਂ ਦੁਸ਼ਮਣ ਨੇ ਘੇਰਿਆ ਹੋਵੇ, ਤੇ ਉਹ ਇਹ ਟੈਨਸ਼ਨ ਲੈਂਦਾ ਵੀ ਮੈਂ ਪਹਿਲਾਂ ਜਾ ਕੇ ਪੱਠੇ ਵੱਢ ਆਵਾਂ, ਪਹਿਲਾਂ ਮੈਂ ਧਾਰ ਕੱਢ ਆਵਾਂ, ਫਿਰ ਆ ਕੇ ਲੜਾਂਗਾ। ਪਿਆਰਿਓ, ਇਹ ਐਗਜ਼ੈਂਪਲਸ ਨੇ ਗੱਲ ਸਮਝਣ ਲਈ। ਰੋਜ਼ਮर्रा ਦੀ ਜ਼ਿੰਦਗੀ 'ਚੋਂ ਬਾਣੀਕਾਰ ਉਦਾਹਰਨਾਂ ਦਿੰਦੇ ਨੇ। ਮੰਨ ਲਿਆ ਵੀ ਕੋਈ ਬੰਦਾ ਸਾਲਾਨਾ ਐਗਜ਼ਾਮ ਦੇ ਰਿਹਾ ਹੈ, ਕੋਈ ਬੱਚਾ ਸਟੂਡੈਂਟ ਹੈ, ਉਹ ਐਗਜ਼ਾਮੀਨੇਸ਼ਨ ਹਾਲ 'ਚ ਉਹ ਸੋਲਵ ਕਰ ਰਿਹਾ ਆਪਣਾ ਕੁਐਸਚਨ ਪੇਪਰ। ਉਸ ਕੁਐਸਚਨ ਪੇਪਰ 'ਚੋਂ ਉੱਠ ਕੇ ਕੋਈ ਐਡਾ ਜ਼ਰੂਰੀ ਕੰਮ ਹੁੰਦਾ ਵੀ ਜਿਹੜਾ ਉਹ ਪਹਿਲਾਂ ਕਰਕੇ ਆਵੇ, ਫਿਰ ਮੈਂ। ਇਸੇ ਤਰ੍ਹਾਂ ਹਜ਼ੂਰ ਕਹਿ ਰਹੇ ਨੇ, ਨਾ ਰਣ ਰੂਤੋ, ਆ ਜਿਹੜੇ ਤੂੰ ਜੰਗ 'ਚ ਆ ਗਿਆ ਨਾ, ਹੁਣ ਮੈਦਾਨੇ ਜੰਗ ਵਿੱਚ ਤੂੰ ਇਸ ਵੇਲੇ, ਤੇਰੇ ਮੁਕਾਬਲੇ ਦੇ ਉੱਤੇ ਵਕਾਰ ਨੇ, ਤੇਰੇ ਮੁਕਾਬਲੇ ਦੇ ਉੱਤੇ ਐਬ ਨੇ। ਤੇ ਹੁਣ ਇਦਾਂ ਨਾ ਕਰ ਜਿਵੇਂ ਉਹ ਭਗਤ ਕਬੀਰ ਸਾਹਿਬ ਦਾ ਇੱਕ ਹੋਰ ਸ਼ਬਦ ਹੈ, ਡਗਮਗ ਛਾੜ ਰੇ ਮਨ ਬੌਰਾ,
ਅਬ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਉਹਦੇ ਚੋਂ ਕਹਿੰਦੇ ਨੇ ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੈ। ਉਹ ਕਾਹਦਾ ਸੂਰਮਾ ਹੈ? ਸਾਹਮਣੇ ਮੈਦਾਨੇ ਜੰਗ ਵਿੱਚ ਯੁੱਧ ਹੋ ਰਿਹਾ ਹੋਵੇ ਤੇ ਉਹ ਆਖੇ ਮੈਂ ਮਾੜੀ ਜੀ ਕਿਰਪਾਨ ਤਿੱਖੀ ਕਰ ਲਿਆਵਾਂ। ਇਹ ਪਹਿਲਾਂ ਕਰਕੇ ਰੱਖਣੀ ਸੀ ਨਾ। ਸ਼ਾਸਤਰ ਰੱਖਣਾ ਚਾਹੀਦਾ ਹੈ, ਪਹਿਲਾਂ ਆਜ਼ਮਾ ਕੇ ਦਗਾ ਨਾ ਦੇ ਜਾ ਸ਼ੀਤਲਾ ਰਣ ਅੰਦਰ ਜਾ ਕੇ। ਔਰ ਆਮ ਤੌਰ ਤੇ ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਸਾਡੇ ਤੇ ਜਿਹੜੀਆਂ ਗਾਤਰੇ ਛੋਟੀਆਂ ਛੋਟੀਆਂ ਪਈਆਂ ਨੇ ਨਾ, ਇਹ ਵੀ ਸਾਡੇ ਤੋਂ ਬਾਹਰ ਨਹੀਂ ਨਿਕਲਦੀਆਂ, ਕੱਢੀਆਂ ਹੀ ਨਹੀਂ ਕਦੀ। ਇਹਨੂੰ ਕਦੀ ਵੈਪਨ ਤੇ ਸਮਝਿਆ ਹੀ ਨਹੀਂਗਾ, ਫਾਰਮੈਲਿਟੀ ਵੀ ਸਮਝਿਆ ਬਈ ਇਹ ਪਾਣੀ ਹੈ, ਨਹੀਂ ਤੇ ਕਿਸੇ ਵੇਖ ਲਿਓ ਕਹੇਗਾ ਤੂੰ ਅੰਮ੍ਰਿਤ ਛਕਿਆ, ਯਾਰ ਤੂੰ ਗਾਤਰਾ ਪਾਇਆ ਹੀ ਨਹੀਂਗਾ। ਤੋ ਕਿਸੇ ਨੂੰ ਵਿਖਾਉਣ ਵਾਸਤੇ, ਕਿਸੇ ਦੀ ਬੋਲਤੀ ਬੰਦ ਕਰਨ ਵਾਸਤੇ ਪਾਇਆ। ਉਹਦਾ ਜੋ ਉਪਯੋਗ ਹੈ ਉਹ ਤੇ ਅਸੀਂ ਕਦੀ ਸੋਚਿਆ ਨਹੀਂਗਾ, ਸੋਚਣਾ ਚਾਹੀਦਾ। ਭਾਰਤ ਦੇ ਸੰਵਿਧਾਨ ਵਿੱਚ ਵੀ ਤੁਹਾਨੂੰ ਇਹ ਸ੍ਰੀ ਸਾਹਿਬ ਗਾਤਰੇ ਵਿੱਚ ਰੱਖਣ ਦੀ ਇਜਾਜ਼ਤ ਹੈ। ਇਹ ਗੱਲ ਵੱਖਰੀ ਹੈ ਵੀ ਉਹਦਾ ਆਕਾਰ ਬਲੇਡ ਦਾ ਬਹੁਤ ਛੋਟਾ ਉੱਥੇ ਲਿਖਿਆ ਹੈ। ਔਰ ਵਾਹਿਦ ਸਿੱਖ ਕੌਮ ਹੈ ਜਿਹਨੂੰ ਇਹ ਰੂਹੇ ਜ਼ਮੀਨ ਦੇ ਉੱਤੇ ਆਪਣੇ ਕੋਲ ਇਸ ਤਰ੍ਹਾਂ ਦਾ ਸ਼ਸਤਰ ਰੱਖਣ ਦੀ ਆਗਿਆ ਹੈ। ਪੂਰੇ ਵਿਸ਼ਵ ਦੇ ਵਿੱਚ ਕਿਸੇ ਵੀ ਸੰਵਿਧਾਨ ਕਾਨੂੰਨ ਦੀ ਕਿਤਾਬ ਵਿੱਚ ਹੋਰ ਕਿਸੇ ਕੌਮ ਨੂੰ ਇਹ ਅਧਿਕਾਰ ਨਹੀਂ ਹੈ। ਇਹ ਵੀ ਮੈਂ ਅਰਜ਼ ਕਰ ਦਿਆਂ। ਇਸ ਵਾਸਤੇ ਸ਼ੌਂਕ ਨਾਲ ਸੋਹਣੇ ਸੋਹਣੇ ਸ੍ਰੀ ਸਾਹਿਬ, ਉਹਨੂੰ ਵੈਪਨ ਟਾਈਪ ਖਰੀਦੋ। ਜਦੋਂ ਖਰੀਦਣਾ ਹੈ ਉਹਨੂੰ ਇੱਦਾਂ ਸੋਚੋ ਵੀ ਜੇ ਕਿਤੇ ਜ਼ਰੂਰਤ ਪਵੇ ਤੇ ਇਹ ਮੇਰੀ ਥੋੜ੍ਹਾ ਬਹੁਤਾ ਕੰਮ ਸਾਰ ਸਕਦੀ ਹੈ। ਇੱਦਾਂ ਦਾ ਗਾਤਰੇ ਵਿੱਚ ਰੱਖੋ, ਕਿਉਂਕਿ ਮੁਸੀਬਤ ਦੱਸ ਕੇ ਨਹੀਂ ਆਉਂਦੀ। ਤੋ ਮੈਂ ਅਰਜ਼ ਕਰ ਰਿਹਾ ਸਾਂ, ਨਾਣਾ ਰਣ ਰੂਤੋ, ਜੇ ਤੂੰ ਮੈਦਾਨੇ ਜੰਗ ਵਿੱਚ ਹੁਣ ਵਕਾਰਾਂ ਦੇ ਮੁਕਾਬਲੇ ਤੇ ਖੜਾ ਹੈ, ਨਰ ਨਹੀਂ ਕਰੇ। ਜਿਹੜਾ ਮਨੁੱਖ ਫਿਰ ਵਕਾਰਾਂ ਨੂੰ ਨੇਣ ਲੈਂਦਾ, ਵਕਾਰਾਂ ਨੂੰ ਬੰਨ ਲੈਂਦਾ, ਬੰਨ ਆਂਦੇ ਪੰਜ ਸ਼ਰੀਕ ਮੈਂ, ਜਿਵੇਂ ਪੰਜਵੇਂ ਪਾਤਸ਼ਾਹ ਆਂਦੇ ਨੇ, ਮੈਂ ਪੰਜ ਵਕਾਰ ਰੂਪੀ ਸ਼ਰੀਕ ਜਿਹੜੇ ਨੇ ਉਹਨਾਂ ਦੇ ਪਿੱਛੇ ਹੱਥ ਬੰਨ ਕੇ ਉਹਨਾਂ ਨੂੰ ਪੰਚਾਇਤ 'ਚ ਲਿਆ ਕੇ ਖੜਾ ਕੀਤਾ। ਜਿਹੜੇ ਵਕਾਰ ਲੋਕਾਂ ਨੂੰ ਖਰਾਬ ਕਰਦੇ ਨੇ, ਮੈਂ ਉਹਨਾਂ ਦੀਆਂ ਮੁਸ਼ਕਾਂ ਬੰਨ ਕੇ ਲਿਆਇਆ, ਕਾਬੂ ਕਰ ਲੈ ਮੈਂ। ਉਹ ਬੰਨ ਆਂਦੇ ਪੰਜ ਸ਼ਰੀਕ। ਨਰ ਨਹੀਂ ਕਰੇ ਦੇ ਅਰਥ ਨੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਨੇਲ ਲਿਆ, ਉਹਨਾਂ ਨੂੰ ਬੰਨ ਲਿਆ, ਉਹਨਾਂ ਨੂੰ ਕਾਬੂ ਕਰ ਲਿਆ। ਨਾ ਨਿਵੇਂ ਨਾ ਫੁਣ ਸੰਚਰੈ, ਨਾ ਤੇ ਵਕਾਰਾਂ ਅੱਗੇ ਹਾਰ ਮੰਨਦਾ ਹੈ। ਕਈ ਵਾਰ ਅਸੀਂ ਕਿਸੇ ਬੰਦੇ ਤੋਂ ਖਹਿੜਾ ਛਡਾਉਣ ਲਈ ਹੱਥ ਜੋੜ ਕੇ ਝੁਕ ਜਾਂਦੇ, ਭਰਾ ਮੇਰਾ ਖਹਿੜਾ ਛੱਡ। ਉਹ ਕਹਿੰਦਾ ਯਾਰ ਝੁਕ ਗਿਆ, ਡਰ ਗਿਆ, ਚਲੋ ਛੱਡੋ ਪਰਾਂ। ਕਬੀਰ ਸਾਹਿਬ ਕਹਿੰਦੇ ਨੇ ਨਾ ਤੇ ਵਕਾਰਾਂ ਅੱਗੇ ਉਹ ਝੁਕੇ, ਤੇ ਸੰਚਰੈ ਦੇ ਅਰਥ ਨੇ ਨਾ ਹੀ ਉਹਨਾਂ ਨਾਲ ਸਮਝੌਤਾ ਕਰੇ, ਸਮਝੌਤਾ ਵੀ ਨਾ ਕਰੇ। ਫਿਰ ਉਸ ਮਨੁੱਖ ਨਾਲ ਕੀ ਹੁੰਦਾ ਹੈ ਜੀ? ਨਾਣਾ ਰਣ ਰੂਤੋ ਨਰ ਨਹੀਂ ਕਰੇ। ਰਣ ਤੱਤੇ ਵਿੱਚ ਜਿਹੜਾ ਜੂਝ ਜਾਂਦਾ ਹੈ, ਨਰ ਨਹੀਂ ਕਰੇ, ਵਕਾਰਾਂ ਨੂੰ ਉਹ ਨੇਲ ਲੈਂਦਾ ਹੈ। ਨਾ ਨਿਵੇਂ, ਨਾ ਵਕਾਰਾਂ ਅੱਗੇ ਨਿਆਉਂਦਾ ਹੈ, ਨਾ ਫੁਨ ਸੰਚਰੈ, ਨਾ ਹੀ ਫਿਰ ਉਹਨਾਂ ਨਾਲ ਕੋਈ ਸਮਝੌਤਾ ਕਰਦਾ ਹੈ। ਫਿਰ ਕੀ ਹੁੰਦਾ ਜਦੋਂ ਸਮਝੌਤਾ ਨਹੀਂ ਕਰਦਾ ਜੀ? ਧਨ ਜਨਮ ਤਾਹੀ ਕੋ ਗਣੈ। ਫਿਰ ਜਗਤ ਕਹਿੰਦਾ ਹੈ ਭਾਈ ਇਹਦਾ ਜੀਵਨ ਧਨ ਹੈ। ਜਿਸ ਤਰ੍ਹਾਂ ਸਾਧ ਸੰਗਤ ਕਿਤੇ ਫੁੱਲ ਖਿੜਿਆ ਹੋਵੇ ਨਾ ਕਮਲ ਦਾ, ਤੇ ਗੁਰੂ ਸਵਾਰੀ ਸਾਧ ਸੰਗਤ ਭੌਰੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਇਸ ਤਰ੍ਹਾਂ ਦਾ ਸਿੱਖ ਹੈ ਨਾ, ਉਹਦਾ ਫਿਰ ਜਗਤ ਵਿੱਚ ਮਾਣ ਹੋਣ ਲੱਗ ਪੈਂਦਾ। ਲੋਕ ਉਹਨੂੰ ਲੱਭ ਲੈਂਦੇ ਨੇ, ਉਹਨਾਂ ਸਤਿਕਾਰ ਕਰਦੇ ਨੇ। ਕਿਵੇਂ ਜੀ? ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਕੌਲ ਫੁੱਲ ਖਿੜਿਆ ਹੋਵੇ ਨਾ ਤੇ ਭੌਰੇ ਨੂੰ ਦੱਸਣ ਦੀ ਲੋੜ ਨਹੀਂ ਵੀ ਭੌਰੇ ਪੂਰਬ ਦਿਸ਼ਾ 'ਚ 3 ਮਾਈਲ ਦੀ ਡਿਸਟੈਂਸ ਤੇ ਕੌਲ ਫੁੱਲ ਖਿੜਿਆ ਨਾ। ਉਹਦੇ ਕੋਲ ਇੱਕ ਕੰਪਾਸ ਹੈ, ਨੈਚੁਰਲ ਕੰਪਾਸ ਹੈ। ਉਹ ਉਹਨੂੰ ਫੁੱਲ ਖਿੜੇ ਦੀ ਦਿਸ਼ਾ ਵੀ ਦੱਸਦਾ ਹੈ, ਉਹਦੀ ਸੁੰਘਣ ਸ਼ਕਤੀ, ਔਰ ਡਿਸਟੈਂਸ ਵੀ ਦੱਸ ਦਿੰਦਾ, ਐਸਟੀਮੇਟਡ ਡਿਸਟੈਂਸ ਦੱਸ ਦਿੰਦਾ। ਭੌਰਾ ਪਹੁੰਚ ਜਾਂਦਾ ਔਰ ਉਹਦੀ ਸੁਗੰਧੀ ਦਾ ਫਿਰ ਆਨੰਦ ਲੈਂਦਾ ਹੈ। ਮਠਿਆਈ ਕਿਤੇ ਰੱਖ ਦਿਓ, ਕੀੜੀ ਨੂੰ ਦੱਸਣ ਦੀ ਨਹੀਂ ਲੋੜ। ਕੀੜੀ ਉਹਨੂੰ ਲੱਭ ਕੇ ਉੱਥੇ ਪਹੁੰਚ ਜਾਂਦੀ ਹੈ। ਤੁਸੀਂ ਵੇਖਿਆ ਹਲਵਾਈਆਂ ਦੀਆਂ ਦੁਕਾਨਾਂ ਤੇ ਜਿਹੜਾ ਰੈਕ ਹੁੰਦਾ ਹੈ ਨਾ ਮਠਿਆਈ ਵਾਲਾ, ਉਸ ਰੈਕ ਦੇ ਪਾਵੇ ਜਿਹੜੇ ਨੇ ਬਰਤਨਾਂ ਵਿੱਚ ਪਾਣੀ ਪਾ ਕੇ ਨਾ, ਉਹ ਪਾਵੇ ਉਹਦੇ ਵਿੱਚ ਰੱਖੇ ਹੁੰਦੇ। ਕਿਉਂ ਰੱਖੇ ਹੁੰਦੇ ਨੇ? ਕਿਉਂਕਿ ਕੋਈ ਵੀ ਕੀੜੀ ਦੇ ਉੱਪਰ ਚੜਨ ਦਾ ਰਸਤਾ ਨਹੀਂ ਉਹਨੇ ਛੱਡਿਆ। ਹੁਣ ਇਸ ਪਹਿਲਾਂ ਬਰਤਨ ਦੀ ਸਾਈਡ ਤੋਂ ਅੰਦਰ ਜਾਏਗੀ, ਫਿਰ ਪਾਣੀ ਜਦੋਂ ਅੱਗੇ ਆਵੇਗਾ ਉੱਥੋਂ ਫਿਰ ਵਾਪਸ ਆ ਜਾਏਗੀ, ਤੇ ਜੇ ਉਤਰੇਗੀ ਤੇ ਪਾਣੀ ਉਹਦੇ ਤੋਂ ਪਾਰ ਨਹੀਂ ਹੋਣਾ, ਅੱਗੇ ਜਾਇਆ ਨਹੀਂ ਜਾਣਾ।
ਉਹਦੇ ਪਾਵਿਆਂ ਦੇ ਥੱਲੇ ਭਾਂਡਿਆਂ 'ਚ ਪਾਣੀ ਪਾ ਕੇ ਰੱਖਣ ਪਿੱਛੇ ਫਿਲਾਸਫੀ ਹੈ ਵੀ ਕੀੜੀ ਉੱਥੇ ਨਾ ਪਹੁੰਚੇ, ਅਦਰਵਾਈਜ਼ ਉੱਥੇ ਪਹੁੰਚ ਜਾਂਦੀ ਹੈ। ਜਿੱਥੇ ਮਰਜ਼ੀ ਤੁਸੀਂ ਮਠਿਆਈ ਲਗਾ ਕੇ ਰੱਖ ਦਿਓ, ਤੁਸੀਂ ਫ੍ਰਿਜ ਦੇ ਉੱਤੇ ਰੱਖ ਦਿਓ ਜੀ, ਛੱਡੋ ਗੱਲ ਨੂੰ। ਆਮ ਤੌਰ ਤੇ ਡੱਬੇ ਫ੍ਰਿਜਾਂ ਤੇ ਪਏ ਹੁੰਦੇ ਨੇ, ਵਿਆਹ ਦਾ ਕਾਰਡ ਆਇਆ ਨਾਲ ਡੱਬਾ ਉੱਥੇ ਪਿਆ, ਉਹ ਪਹੁੰਚ ਜਾਂਦੀਆਂ ਨੇ। ਬੈੱਡ ਦੀ ਢੋਹ ਦੇ ਉੱਤੇ ਰੱਖ ਦਿਓ, ਉੱਥੇ ਪਹੁੰਚ ਜਾਂਦੀਆਂ ਨੇ। ਕਿਚਨ 'ਚ ਰੱਖੋ, ਉੱਥੇ ਪਹੁੰਚ ਜਾਂਦੀਆਂ ਨੇ। जैसे तो मिठाई राखी है छुपाए जतन कह चींटी चल जात चीन ताहे लपटात है। दीपक जगाए जैसे राखी है दुराए ग्रह। दीवा बाल के अगले अंदर तो भी अगले अंदर दी कोठड़ी विच रख दिओ। खंभां वाले कीड़े जिहड़े ने उन्हां नूं दस्सण दी लोड़ नहीं, वो लभ के अंदर जाके उहदे उत्ते कुर्बान हो जांदे ने। यानी पतंगे दीवा जिथे भी बालीए उहनूं लभ लैंदे ने। निर्जर जंगल दे विच कौल फुल खिड़िया होवे भौरे उहनूं भी लभ लैंदे ने। तैसे गुरमुख जे घट प्रगट प्रेम, इसे तरह वो गुरमुख जिहदे हिरदे विच परमात्मा दा प्रेम पैदा हो जाता है। सगल संसार ते द्वार बिलड़ात है, सारा संसार उहदा आदर करदा है। धन जन्म ताही को गणै, किहदा धन जन्म है? नाना रण रूतो नर नहीं करे, ना निवे न फुन संचरै। नाणे अखर तो उपदेश है, रण तत्ते वकारां दे मुकाबले ते जिहड़ा डट जाए, इन्हां नूं फिर काबू च कर लै, इन्हां नूं बन लवे, ना इन्हां दे अगे झुके, ना इन्हां नाल समझौता करे, उहनूं संसार कहंदा इहदा जन्म धन है। बई तुसीं बड़े महान पुरुष हो, तुहाडे ते सतगुरु दी बड़ी किरपा। इत्याद इस तरह के शब्द फिर उहदे लई आदर वाले शब्द साध संगत जी वरते जाते हैं। तो कबीर साहब कहते ने धन जन्म ताही को गणै, मारै एक है तज जाहे कणे। वो एक नूं मार लैंदा, एक नूं मार लैंदा, सेंस काबू विच कर लैंदा। तज जाए कणे, जिहड़े कणे ने फिर वो छड्ड जांदे ने। किहनूं काबू च कर लैंदा? मन नूं काबू च कर लैंदा। ते कणे कौन ने? ਜਿਹੜੇ ਤੱਜ ਜਾਂਦੇ ਨੇ ਘਣੇ। ਆਪ ਜੀ ਕਹਿੰਦੇ ਨੇ ਮਾਰੈ ਇੱਕ ਹੈ, ਇੱਕ ਨੂੰ ਮਾਰ ਲੈਂਦਾ, ਇੱਕ ਨੂੰ ਕਾਬੂ 'ਚ ਕਰ ਲੈਂਦਾ। ਤੇ ਤੱਜ ਜਾਹੇ ਘਣੇ, ਜਿਹੜੇ ਘਣੇ ਨੇ, ਜਿਹੜੇ ਜ਼ਿਆਦੇ ਨੇ, ਉਹ ਛੱਡ ਜਾਂਦੇ ਨੇ। ਘਣੇ ਕੌਣ ਨੇ ਸਾਧ ਸੰਗਤ? ਘਣੇ ਵਕਾਰ ਨੇ। ਸਰਵਰ ਪੰਖੀ ਹੇਕੜੋ ਫਾਈ ਵਾਲ 50। ਇਹ ਸਰੋਵਰ, ਸੰਸਾਰ ਸਰੋਵਰ ਵਿੱਚ ਜਿੰਦ ਕੱਲੀ ਹੈ, ਇਹਨੂੰ ਕਾਬੂ ਕਰਨ ਵਾਲੇ ਕਿੰਨੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ 5। कबुद डूमणी कुदया कुसैन पर निंदा घट चूड़ी मुट्ठी क्रोध चंडाल कारी कढ़ी क्या थीए जां चारे बैठियां नाल 5 ते 4 9। आसा ते तृष्णा 11। जे तुसी गुरबाणी चो गिनती करते जाओ तो 50 की गिनती बन जाती है। सरवर पंखी हेकड़ो फाई वाल 50। ये मन लहरी गड्ड थिया सच्चे तेरी आस। कबीर एक मरंतै दोए मुए, दोए मुरंते 4, 4 मुरंते 6 मुए, 4 पुरख दोए नार। एक मन मर जाए तो फिर बाकी सारे मर जाते हैं। इनू ये श्लोक थोड़ी व्याख्या ज़्यादा मंगता है, फिर जदों इसकी टर्म आएगी फिर मैं तुहाडे सामने खोलांगा। नाना रण रूतो नर नहीं करे, ना निवै ना फुण संचरै। और धन जन्म ताही को गणै, मारै एक है, मन नूं मार लैंदा, काबू च कर लैंदा। तज जाए घणे, वकार जिहड़े ज्यादे ने उहनूं तज जांदे ने, खैड़ा छड्ड जांदे ने। तत्ता अतर तरियो न जाई, तन त्रिभवन मैं रहो समाई। तत्ते अखर दा उपदेश है साध संगत। ये जिहड़ा संसार है ये अतार है, ना तरिया जाण वाला। ये ना तरिया जान वाला तो सेंस है भी औखा तरिया जान वाला। अतार तरियो ना जाई, क्यों नहीं तरिया जाता? नाल वजह दसदे ने, मिसटेक दसदे ने, साडे कोलों गलती की हुंदी है, असीं कित्थे मिसटेक कर जाने। हजूर कहंदे ने तन त्रिभवन में रहो समाई। जिहड़ा साडा तन है वो त्रिभवन, तिन्ना भवना जगत दे विच खचत है, वो वकारां विच खचत है, इंद्रियां वाले पासे लगा होया, इस करके तरिया नहीं जाता।
पर भवन में रहो समाई करके ਇਹਦੇ ਤੋਂ ਤਰਿਆ नहीं ਜਾਂਦਾ। ਜਦੋਂ ਇਹ ਆਪਣੇ ਇੰਦਰੀਆਂ ਨੂੰ ਕਾਬੂ 'ਚ ਕਰਦਾ ਹੈ, ਕਿਉਂਕਿ ਜਦੋਂ ਤੱਕ ਇਹਨਾਂ ਇੰਦਰੀਆਂ ਦੇ ਇਹ ਵਸ ਵਿੱਚ ਉਦੋਂ ਤੱਕ ਫਿਰ ਉਹ ਅਲੱਭ ਚੀਜ਼ ਨਹੀਂ ਮਿਲਦੀ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਵੀ ਇਹਨਾਂ ਨੌ ਦੁਆਰਿਆਂ ਦੇ ਵਿੱਚ ਜਿਹੜਾ ਖਚਤ ਹੋ ਗਿਆ, 9 ਘਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਜਿਹੜੀ ਅਨੂਪ ਵਸਤੂ ਏ ਉਹ ਤਾਂ ਪ੍ਰਾਪਤ ਹੁੰਦੀ ਹੈ ਵੀ ਜੇ ਇਹ 9 ਦਰਵਾਜ਼ੇ ਸੁਰ ਵਿੱਚ ਕੀਤੇ ਜਾਣ, ਬੰਦ ਕੀਤੇ ਜਾਣ। मूंद लिए दरवाजे वाली अवस्था बन जाए, फिर बात बनती है। 9 घर देख जो कामण भूली, बस्त अनूप ना पाई, कहो कबीर नवें घर मूसे। जिन्हें 9 घर मुस लै, लुट लै, काबू च कर लै, फिर 10वें तत्त समाई। समरसीबल बोर चल रहा है, बाकी तमाम टूटियां कुट के बंद कर दो, पानी टैंकी चढ़ना शुरू हो जाएगा। तो जे भाई सारियां खुलियां ने तो वो छोटा समरसीबल सारा दिन भी चलता रहे, टैंकी ने ओवरफ्लो फिर भी नहीं करना। इस वास्ते जो त्रिभवन तन माहे समावा, जे जगत ये इंद्रियां दी जिहड़ी दौड़ अंदर बारे जे इनू तन विच ही समा लईए, जे इन्हां इंद्रियां नू काबू च कर लईए, तो तत्तै तत्त मिलिया सच पावा। ते फिर जदों तत्त विच तत्त मिलदा है, फिर सदा थिर अकाल पुरख वाहिगुरू जी की बाकायदा प्राप्ति भी हो जाती है। साध संगत गुरमत विचारां लई जो समा निश्चित किया गया समाप्त है, लिहाजा गुरमत विचारां नूं इत्थे ही संकोचन की आपसी तो मैं आग्या चाहुंदा हाँ जी। भुलां गलतियां दी खिमा बख्शिश करनी। आओ गुरमर्यादा अनुसार अंत गुरु फतेह दी सांझ करते हुए आग्या बख्शिश करो जी प्यार नाल। वाहिगुरू जी का खालसा, वाहिगुरू जी की फतेह।